ਅਸਲ ਦੇ ਵਿੱਚ ਮੈਮ ਗੱਲ ਇਹ ਆ ਕਿ ਇੱਕ ਸ਼ਬਦ ਆ ਵਿਸਮਾਦ। ਵਿਸਮਾਦ ਉਹ ਚੀਜ਼ ਆ ਜਦੋਂ ਤੁਸੀਂ ਰਾਤ ਨੂੰ ਤਾਰਿਆਂ ਨੂੰ ਦੇਖਦੇ ਹੋ ਤਾਂ ਤੁਹਾਡੇ ਅੰਦਰ ਵਿਸਮਾਦ ਜਾਗਦਾ। ਜਦ ਟਿਕੀ ਹੋਈ ਦੁਪਹਿਰ ਦੇ ਵਿੱਚ ਜਵਾਕ ਸੁੱਤੇ ਪਏ ਹੁੰਦੇ ਨੇ ਤਾਂ ਕੰਨਾਂ 'ਚ ਬਾਹਰ ਦੂਰ ਕਿਸੇ ਤੁਰੇ ਜਾਣ ਦੀ ਆਵਾਜ਼ ਆਉਂਦੀ ਆ ਜਾਂ ਸਕੂਟਰ ਦੇ ਲੰਘਣ ਦੀ ਜਾਂ ਕੁੱਤੇ ਦੇ ਭੌਂਕਣ ਦੀ, ਤਾਂ ਇੱਕ ਵਿਸਮਾਦ ਜਾਗਦਾ, ਇੱਕ ਕਿਉਰਿਓਸਿਟੀ ਜਾਗਦੀ ਆ ਕਿ ਜਿੱਥੇ ਨਿਗਾਹ ਦੀ ਹੱਦ ਆ, ਹੱਦੇ ਨਿਗਾਹ ਤੋਂ ਪਰੇ ਕੀ ਆ। ਸੋ ਉਹ ਵਿਸਮਾਦ ਮੇਰੇ ਅੰਦਰ ਬਹੁਤ ਜ਼ਿਆਦਾ ਆ। ਇਹ ਤੁਹਾਨੂੰ ਬਤੌਰ ਲੇਖਕ ਜਾਂ ਬਤੌਰ ਡਾਇਰੈਕਟਰ ਨੋਸਟੈਲਜੀਆ ਰਹਿੰਦਾ ਉਸ ਸਮੇਂ ਦਾ, ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਉਸ ਸਮੇਂ ਦੇ ਵਿੱਚ ਜਾ ਕੇ ਮੈਂ ਇਸ ਕਹਾਣੀ ਨੂੰ ਬਿਹਤਰ ਤਰੀਕੇ ਦੇ ਨਾਲ ਪੇਸ਼ ਕਰ ਸਕਦਾ? ਨੋਸਟੈਲਜੀਆ ਕੀ ਹੁੰਦਾ ਜੀ? ਮੈਨੂੰ ਬੜੇ ਲੋਕਾਂ ਨੇ ਥੱਲੇ ਲਿਖਿਆ ਵੀ ਕਮੈਂਟਸ ਦੇ ਵਿੱਚ, ਮੈਨੂੰ ਪਤਾ ਨਹੀਂ ਕੀ ਹੁੰਦਾ। ਸਤਿ ਸ਼੍ਰੀ ਅਕਾਲ, ਤੁਹਾਡਾ ਸਾਰਿਆਂ ਦਾ ਬੀ ਸੋਸ਼ਲ ਦੇ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਇੰਟਰਵਿਊ ਸ਼ੂਟ ਕਰਨ ਜਾ ਰਹੇ ਹਾਂ ਜਸ ਗਰੇਵਾਲ ਹੋਰਾਂ ਦੇ ਨਾਲ। ਪੰਜਾਬੀ ਫਿਲਮ ਇੰਡਸਟਰੀ ਦੇ ਬਿਹਤਰੀਨ ਲੇਖਕ ਨੇ, ਬਿਹਤਰੀਨ ਡਾਇਰੈਕਟਰ ਵੀ ਨੇ। ਰੱਬ ਦਾ ਰੇਡੀਓ ਤੁਸੀਂ ਉਹਨਾਂ ਦੀਆਂ ਫਿਲਮਾਂ ਦੇਖੀਆਂ ਨੇ 1, 2 ਅਤੇ ਹੁਣ ਰੀਸੈਂਟ ਤੁਸੀਂ ਉਹਨਾਂ ਦੀ ਫਿਲਮ ਬਾਜਰੇ ਦਾ ਸਿੱਟਾ ਦੇਖਿਆ, ਅਤੇ ਇਸੇ ਫਿਲਮ ਦੇ ਰਿਲੇਟਡ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅਸੀਂ ਵੀ ਮੋਹਾਲੀਆਂ, ਉਹ ਵੀ ਲੋਕਲੀ ਸੀ, ਪਰ ਪਤਾ ਨਹੀਂ ਫਿਰ ਵੀ ਕਿਉਂ ਅਸੀਂ ਬਹੁਤ ਸਾਜਰੇ ਦਾ ਟਾਈਮ ਰੱਖਿਆ। ਸਵੇਰ ਦੇ 6:20 ਹੋਏ ਨੇ ਅਤੇ ਹੁਣੇ ਅਸੀਂ ਬਸ 5 ਮਿੰਟਾਂ 'ਚ ਉਹਨਾਂ ਨੂੰ ਮਿਲਣਾ, ਅਤੇ ਆਓ ਫਿਰ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹੋਰ ਘਰੇ ਠੀਕ ਨੇ ਜੀ? ਬੇਟੇ ਦੇ ਕੀ ਹਾਲ ਨੇ ਤੁਹਾਡੇ? ਬੱਚਾ ਨਾ, ਬੇਟਾ ਨਾ? ਨਹੀਂ, ਬੇਟੀ ਆ, ਆਨੰਦ। ਹਾਂਜੀ, ਆਨੰਦ ਵਧੀਆ, ਉਹ ਵੀ ਵਧੀਆ ਭਾਜੀ। ਉਹ ਤੁਹਾਡਾ ਗਾਣਾ ਬੜਾ ਗਾਉਂਦੀ ਹੁੰਦੀ, ਬਾਜਰੇ ਦਾ ਸਿੱਟਾ। ਅੱਛਾ, ਇੰਨੀ ਵੱਡੀ ਹੋ ਗਈ? ਉਹ 3.5 ਸਾਲ ਦੀ ਆ। ਇਸ ਤੋਂ ਪਹਿਲਾਂ ਉਹਦੇ ਮੂੰਹ ਚੜਿਆ ਹੋਇਆ ਸੀ ਸੌਂਕਣ ਸੌਂਕਣੇ। ਉਹ ਵੀ ਬੜਾ ਚੱਲਿਆ ਗਾਣਾ, ਉਹ ਤਾਂ ਮੇਰੇ ਮੂੰਹ ਚੜ ਗਿਆ ਜੀ ਸੌਂਕਣ ਦਾ। ਹਾਂ, ਚਲੀਏ। ਇੱਕ ਵਾਰ ਫਿਰ ਤੋਂ ਬੀ ਸੋਸ਼ਲ ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ। ਹਾਲਾਂਕਿ ਆਪਾਂ ਬਹੁਤ ਟਾਈਮ ਬਾਅਦ ਮਿਲ ਰਹੇ ਹਾਂ। ਹਾਂ, ਮੈਂ ਕਿਹਾ 3 ਸਾਲ ਬਾਅਦ। ਹਾਂ, ਲਾਸਟ ਮੈਨੂੰ ਯਾਦ ਆ ਸਿਗਨੇਚਰਸ ਦੀ ਇੰਟਰਵਿਊ ਲਈ ਹੋਈ ਆਪਾਂ ਮਿਲੇ ਸੀਗੇ, ਮੈਨੂੰ ਲੱਗਦਾ। ਹਾਂ, ਜਦੋਂ ਦਾਣਾ ਪਾਣੀ ਰਿਲੀਜ਼ ਹੋਈ ਸੀ ਮੇਰੇ ਖਿਆਲ, ਉਸ ਤੋਂ ਬਾਅਦ ਉਹੀ। ਦਾਣਾ ਪਾਣੀ ਉਸ ਤੋਂ ਪਹਿਲਾਂ ਸੀ, ਸਿਗਨੇਚਰ ਟਾਈਮ ਆਪਾਂ ਮਿਲੇ ਸੀਗੇ, ਉਦੋਂ ਸ਼ਾਇਦ ਤੁਹਾਡੀ ਅਫਸਰ ਮੂਵੀ ਤੋਂ ਬਾਅਦ ਦੀ ਗੱਲ ਆ। ਅਫਸਰ ਰਿਲੀਜ਼ ਹੋਣ ਤੋਂ ਬਾਅਦ। ਦਾਣਾ ਪਾਣੀ ਤੋਂ ਬਾਅਦ ਆਈ ਆ ਮੈਨੂੰ ਲੱਗਦਾ ਸ਼ਾਇਦ। ਹਾਂਜੀ, ਹਾਂ, ਕਿਉਂਕਿ ਦਾਣਾ ਪਾਣੀ ਉਸ ਤੋਂ ਪਹਿਲਾਂ ਆਈ ਸੀਗੀ, ਅਫਸਰ ਉਸ ਤੋਂ ਬਾਅਦ ਆਈ ਸੀ। ਕਈ ਫਿਲਮਾਂ ਯਾਦ ਹੀ ਰਹਿ ਜਾਂਦੀਆਂ, ਕਈ ਭੁੱਲ ਹੀ ਜਾਈਦਾ। ਮੈਂ ਅੱਜ ਸਵੇਰੇ ਮੈਂ ਆਫਿਸ ਤੋਂ ਤੁਰਨ ਲੱਗਿਆ ਸੀ, ਇੰਟਰਵਿਊ ਸ਼ੁਰੂ ਕਰ ਰਹੀ ਸੀਗੇ, ਤਾਂ ਉਸ ਤੋਂ ਬਾਅਦ ਇੰਟਰੋ 'ਚ ਮੈਂ ਸਿਰਫ 3 ਫਿਲਮਾਂ ਬੋਲੀਆਂ। ਉਸ ਤੋਂ ਬਾਅਦ ਮੈਨੂੰ ਯਾਦ ਹੈ ਵੀ ਆਹ ਵੀ ਫਿਲਮ ਉਹਨਾਂ ਦੀ ਆ, ਆਪਣੇ ਬੰਬੂ ਕਾਟ ਉਹਨਾਂ ਦੀ ਆ, ਜੱਟ ਜੇਮਸ ਬੌਂਡ ਉਹਨਾਂ ਦੀ ਆ, ਅਫਸਰ ਉਹਨਾਂ ਦੀ ਆ, ਬਾਇਲਾਰਸ ਉਹਨਾਂ ਦੀ ਆ, ਇੱਕ ਸੀ ਸੰਧੂ, ਇੱਕ ਸੰਧੂ ਹੁੰਦਾ ਸੀ, ਜਾਂ ਆਪਣੀ ਹੋਰ ਕਿੰਨੀਆਂ ਫਿਲਮਾਂ ਮੈਨੂੰ ਸੀ ਕਿ। ਹਾਂਜੀ, ਮੈਂ ਜੇ ਆਪਦੀਆਂ ਜੇ ਗਿਣਾ ਤਾਂ ਮੈਂ ਜੱਟ ਜੇਮਸ ਬੌਂਡ ਸੀ ਪਹਿਲੀ, ਫਰਾਰ, ਬੰਬੂ ਕਾਟ, ਰੱਬ ਦਾ ਰੇਡੀਓ, ਸਾਬ ਬਹਾਦਰ, ਬਾਈਲਾਰਸ, ਦਾਣਾ ਪਾਣੀ, ਅਫਸਰ, ਇੱਕ ਸੰਧੂ ਹੁੰਦਾ ਸੀ, ਫਿਰ ਕੌਣ ਆ ਯਾਰ ਆਈ, ਉਹ ਰਿਲੀਜ਼ ਨਹੀਂ ਹੋਈ ਹਲੇ। ਹੁਣ ਆਪਣਾ ਬਾਜਰੇ ਦਾ ਸਿੱਟਾ, ਇੱਕ ਅੱਧੀ ਸ਼ਾਇਦ ਕੋਈ ਹੋਰ ਵਿੱਚ ਹੋਈ। ਵੈਸੇ ਵੀ 2 ਸਾਲਾਂ ਬਾਅਦ ਤੁਹਾਡੀ ਫਿਲਮ ਰਿਲੀਜ਼ ਹੋਈ ਹੈ ਨਾ? ਹਾਂਜੀ, 2 ਸਾਲਾਂ ਬਾਅਦ ਹੋਈ ਆ। ਤੁਸੀਂ ਮੈਨੂੰ ਪਹਿਲਾਂ ਵੀ ਇਹ ਸਵਾਲ ਪੁੱਛਿਆ ਸੀ 2.5-3 ਸਾਲ ਪਹਿਲਾਂ ਜਦੋਂ ਆਪਾਂ ਇੰਟਰਵਿਊ ਕੀਤੀ ਸੀ ਕਿ ਤੁਸੀਂ ਇੰਨੀਆਂ ਘੱਟ ਫਿਲਮਾਂ ਕਿਉਂ ਕਰਦੇ ਹੋ। ਮੈਂ ਉਦੋਂ ਜਵਾਬ ਦਿੱਤਾ ਸੀ ਕਿ ਪਤਾ ਨਹੀਂ ਕਿਉਂ। ਮਤਲਬ ਮੇਰੇ ਕੋਲ ਤਾਂ ਜਦੋਂ ਮੈਂ ਇੱਕ ਫਿਲਮ ਕਰਦਾ, ਉਹ ਦੁਬਾਰਾ ਪ੍ਰੋਡਿਊਸਰ ਕਹਿੰਦੇ ਨੇ ਵੀ ਅਗਲੀ ਕਰੀ, ਤਾਂ ਮੈਂ ਅਗਲੀ ਕਰ ਦਿੰਦਾ, ਅਤੇ ਪਤਾ ਨਹੀਂ ਉਦੋਂ ਬਾਅਦ ਫਿਰ ਕਰੋਨਾ ਹੀ ਆ ਗਿਆ, ਫਿਰ ਚੀਜ਼ਾਂ ਬੰਦ ਹੀ ਹੋ ਗਈਆਂ। ਬਿਲਕੁਲ। ਸੋ ਹੁਣ ਵਾਕਈ ਮੇਰੀ ਇਹ 2-3 ਸਾਲ ਬਾਅਦ ਹੀ ਰਿਲੀਜ਼ ਹੋਈ ਹੈ। ਮੈਨੂੰ ਬਹੁਤ ਹੈਰਾਨੀ ਹੋਈ, ਮੈਂ ਰਾਤ ਆਮਿਰ ਖਾਨ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਹੀ ਸੀ, ਤਾਂ ਉਹਦੇ 'ਚੋਂ ਮੰਨਦੇ ਨੇ ਵੀ ਠੱਗ ਆਫ ਹਿੰਦੁਸਤਾਨ ਮੇਰੀ ਚੱਲੀ ਨਹੀਂ ਸੀ, ਸੋ ਤਰੀਕੇ ਦੇ ਨਾਲ ਮੇਰੀ 8 ਸਾਲਾਂ ਬਾਅਦ ਇਹ ਫਿਲਮ ਹੁਣ ਆਈ ਹੈ, ਜਿਹੜੀ ਉਹਨਾਂ ਦੀ ਫਿਲਮ ਹੁਣ ਆਈ ਹੈ ਲਾਲ ਸਿੰਘ ਚੱਡਾ ਨਾ। ਅੱਛਾ। ਅਤੇ ਉਹ ਦੱਸ ਰਹੇ ਸੀਗੇ ਵੀ 14 ਸਾਲ ਸਾਨੂੰ ਹੋ ਗਏ ਉਸ ਫਿਲਮ 'ਤੇ ਕੰਮ ਕਰਦਿਆਂ ਨੂੰ, ਵੀ ਮੈਨੂੰ ਸੁਣਾਤੀ, ਉਸ ਤੋਂ ਬਾਅਦ ਮੈਂ ਰਿਸਪੌਂਡ ਨਹੀਂ ਕੀਤਾ, ਉਸ ਤੋਂ ਬਾਅਦ ਮੈਂ ਸੁਣੀ ਚੰਗੀ ਤਰ੍ਹਾਂ ਬੈਠ ਕੇ, ਫਿਰ ਰਾਈਟਸ ਲੈਣ ਲਈ ਸਾਨੂੰ 7-8 ਸਾਲ ਲੱਗ ਗਏ ਉਹਦੇ ਨਾ। ਸੋ ਮੈਨੂੰ ਲੱਗਦਾ ਵੀ ਕ੍ਰੀਏਟਿਵ ਕੰਮ ਟਾਈਮ ਤਾਂ ਲੈਂਦਾ ਹੈ ਨਾ? ਟਾਈਮ ਤਾਂ ਲੈਂਦਾ, ਬਿਲਕੁਲ ਲੈਂਦਾ। ਸੋ ਅੱਜ ਅਸੀਂ ਤੁਹਾਨੂੰ ਜ਼ਿਆਦਾ ਸਾਜਰੇ ਦਾ ਨਹੀਂ ਠਾ ਲਿਆ? ਨਹੀਂ, ਉੱਠਿਆ ਤਾਂ ਖੈਰ ਮੈਂ ਸੱਜ ਰਹੀ ਹਾਂ,
ਮੈਂ ਤੁਹਾਨੂੰ ਕਹਿ ਤਾਂ ਬੈਠਿਆ ਕਿ ਜੀ ਮੈਂ ਸਾਜਰੇ ਉੱਠ ਜਾਂਦਾ, ਪਰ ਮੈਨੂੰ ਅੱਜ ਸਵੇਰੇ ਉੱਠ ਕੇ ਯਾਦ ਆਇਆ ਕਿ ਉਹ ਸਾਜਰੇ ਉੱਠਣ ਵਾਲਾ ਜਸ ਗਰੇਵਾਲ ਤਾਂ 3-4 ਸਾਲ ਪਹਿਲਾਂ ਖੋ ਚੁੱਕਿਆ। 3-4 ਸਾਲ ਤੋਂ ਤਾਂ ਮੈਂ ਉੱਠੇ ਨਹੀਂ ਰਿਹਾ ਸਾਜਰੇ। ਉਹ ਸੁੱਤਾ ਰਾਤ ਲੇਟ ਹੀ ਸੀਗਾ ਜਿਵੇਂ ਰੂਟੀਨ ਆ, ਪਰ ਵਧੀਆ ਉੱਠ ਗਿਆ ਜੀ। ਮੈਂ ਸਗੋਂ ਖੁਸ਼ ਹਾਂ। ਮੈਂ ਕਾਸ਼ ਮੈਂ ਅੱਧਾ ਘੰਟਾ ਹੋਰ ਪਹਿਲਾਂ ਆ ਕੇ ਬੈਠ ਜਾਂਦਾ ਉਹਨੇ। ਮੈਂ ਸਵੇਰੇ ਜਦੋਂ ਮੇਰਾ ਅਲਾਰਮ ਵੱਜਿਆ ਤੇ ਮੈਂ ਸੋਚਿਆ, ਮੈਂ ਕਿਹਾ ਉਹ ਵੀ ਲੋਕਲ ਸੀਗੇ, ਅਸੀਂ ਵੀ ਲੋਕਲ ਸੀ। ਮੈਂ ਕਿਹਾ ਫਿਰ ਅਸੀਂ ਇੰਨੀ ਸਾਜਰੇ ਇੰਟਰਵਿਊ ਕਿਉਂ ਰੱਖੀ। ਪਰ ਮੈਂ ਚਾਹੁੰਦੀ ਸੀਗੀ ਵੀ ਆਪਾਂ, ਹਾਲਾਂਕਿ ਇਸ ਤੋਂ ਪਹਿਲਾਂ ਵੀ ਚਾਹੁੰਦੀ ਸੀਗੀ ਅੱਧਾ ਘੰਟਾ ਪਹਿਲਾਂ ਇੰਟਰਵਿਊ ਸ਼ੁਰੂ ਹੁੰਦੀ, ਕਿਉਂਕਿ ਤੁਹਾਡੀਆਂ ਫਿਲਮਾਂ ਦੇ ਵਿੱਚ ਮੈਂ ਹਮੇਸ਼ਾ ਲਾਈਟ ਦੇਖਦੀ ਹੁੰਦੀ ਹਾਂ, ਬਹੁਤ ਹੀ ਸੂਦ ਕਾਮ ਲਾਈਟ ਹੁੰਦੀ ਹੈ। ਤੁਸੀਂ ਹਾਰਸ਼ ਲਾਈਟ ਦੇ ਵਿੱਚ ਸ਼ੂਟ ਨਹੀਂ ਕਰਦੇ ਹੈ ਨਾ? ਮੈਨੂੰ ਹਾਂ ਜ਼ਿਆਦਾ ਥੋੜਾ ਫੌਗੀ ਪਸੰਦ ਹੈ। ਮੈਨੂੰ ਅਸਲ 'ਚ ਜਿਹੜਾ ਸਰਦੀਆਂ ਦਾ ਮੌਸਮ ਉਹ ਜ਼ਿਆਦਾ ਵੈਸੇ ਵੀ ਤੁਹਾਡੀਆਂ ਫਿਲਮਾਂ ਹਾਂ ਸਰਦੀਆਂ ਦੀਆਂ ਜ਼ਿਆਦਾ ਹੁੰਦੀਆਂ ਮੈਂ ਸਿਆਲ 'ਚ ਸ਼ੂਟ ਕਰਕੇ ਖੁਸ਼ ਹਾਂ। ਗਰਮੀਆਂ 'ਚ ਇੱਕ ਦੋ ਕੀਤੀਆਂ ਵੀ ਨੇ, ਜਿਵੇਂ ਅਫਸਰ ਕੀਤੀ ਸੀਗੀ। ਗਰਮੀਆਂ ਵਾਲੀਆਂ ਚੱਲਦੀਆਂ ਨਹੀਂ, ਬਾਈਦਾਰਸ ਕੀਤੀ ਸੀ। ਗਰਮੀਆਂ 'ਚ ਇੰਨੀ ਮਿਹਨਤ ਵੀ ਨਹੀਂ ਹੁੰਦੀ, ਸਰਦੀਆਂ 'ਚ ਮਿਹਨਤ ਹੋ ਜਾਂਦੀ ਹੈ, ਮੌਸਮ ਚੰਗਾ ਹੁੰਦਾ। ਤੇ ਉਦੋਂ ਪੰਜਾਬ ਦਾ ਰੰਗ ਵੀ ਪੂਰਾ ਬਦਲਿਆ ਹੁੰਦਾ, ਜ਼ਿਆਦਾ ਕਲਰਫੁਲ ਦਿਸਦਾ ਉਦੋਂ ਪੰਜਾਬ ਬਹੁਤ ਸੋਹਣਾ ਹੋ ਜਾਂਦਾ ਜੀ, ਬਹੁਤ ਹੀ ਸੋਹਣਾ। ਤੁਸੀਂ ਆਹ ਹੁਣ ਅੱਸੂ ਦਾ ਭਾਦੋਂ ਚੱਲਦੀ, ਅਗਲਾ ਮਹੀਨਾ ਅੱਸੂ ਦਾ ਆਉਣਾ, ਇਹ ਤੋਂ ਲੈ ਕੇ ਮਾਘ ਤੱਕ ਜਾਂ ਅੱਗੇ ਬਹੁਤ ਸੋਹਣਾ ਮੌਸਮ ਹੋ ਜਾਂਦਾ ਜੀ, ਬਹੁਤ ਸੋਹਣਾ। ਸੋ ਕਿਵੇਂ ਦੀ ਰਹੀ ਬਾਜਰੇ ਦਾ ਸਿੱਟਾ ਫਿਲਮ ਤੁਹਾਡੇ ਲਈ? ਤੁਹਾਡੀ ਪਹਿਲੀ ਡਾਇਰੈਕਟਰ ਫਿਲਮ ਸੀਗੀ ਉਹ? ਪਹਿਲੀ ਡਾਇਰੈਕਟਰ, ਤੁਸੀਂ ਤਾਂ ਇਹ ਗੱਲ ਜਾਣਦੇ ਹੋ ਜੀ ਕਿ ਮੈਂ ਪਹਿਲੀ ਡਾਇਰੈਕਸ਼ਨ ਇਸ ਲਈ ਨਹੀਂ ਮੰਨਦਾ ਕਿਉਂਕਿ ਇਸ ਤੋਂ ਪਹਿਲਾਂ ਤੁਸੀਂ ਫਿਲਮ ਕਰ ਚੁੱਕੇ ਹੋ। ਇੱਕ ਤਾਂ ਕੌਣਾ ਯਾਰ ਕਰ ਚੁੱਕੇ ਹਾਂ ਜਿਹੜੀ ਹਾਂ। ਰਿਲੀਜ਼ ਨਹੀਂ ਹੋਈ। ਦੂਜੀ ਗੱਲ ਇਹ ਸੀ ਕਿ ਜਿਹੜੀਆਂ ਹੋਰ ਫਿਲਮਾਂ ਵੀ ਸੀਗੀਆਂ ਮੇਰੀਆਂ, ਉਹਨਾਂ ਦੇ ਵਿੱਚ ਵੀ ਮੇਰੀ ਇਨਵੋਲਵਮੈਂਟ ਪੂਰੀ ਹੁੰਦੀ ਸੀ, ਹੈ ਨਾ। ਹਮੇਸ਼ਾ ਇੱਕ ਟੀਮ ਹੁੰਦੀ ਸੀ ਜਿਹੜੀ ਸਾਰੀ ਮਿਲ ਕੇ। ਹੁਣ ਜੇ ਤੁਸੀਂ ਕਹੋ ਵੀ ਇਸ ਫਿਲਮ ਦਾ ਮੈਂ ਡਾਇਰੈਕਟਰ ਹਾਂ, ਨਹੀਂ, ਇਸ ਫਿਲਮ 'ਚ ਵੀ ਮੇਰੀ ਇੱਕ ਟੀਮ ਜਿਨ੍ਹਾਂ ਨੇ ਅਸੀਂ ਸਾਰਿਆਂ ਨੇ ਮਿਲ ਕੇ ਡਾਇਰੈਕਟ ਕੀਤੀ ਹੈ। ਉਹਨਾਂ ਫਿਲਮਾਂ 'ਚ ਵੀ ਉਹ ਟੀਮ ਡਾਇਰੈਕਟ ਕਰਦੀ ਸੀ ਜਿਹਦਾ ਮੈਂ ਹਮੇਸ਼ਾ ਇੱਕ ਖਾਸ ਹਿੱਸਾ ਹੁੰਦਾ ਸੀ। ਸੋ ਮੈਨੂੰ ਨਹੀਂ ਮਹਿਸੂਸ ਹੁੰਦਾ ਕਿ ਪਹਿਲੀ, ਮੈਨੂੰ ਲੱਗਦਾ ਅਸੀਂ ਪਹਿਲਾਂ ਵੀ ਬਣਾਈਆਂ ਸੀ, ਅਸੀਂ ਹੁਣ ਵੀ ਬਣਾਈਆਂ ਨੇ। ਬਸ ਸਿਰਫ ਇਹ ਆ ਵੀ ਕਦੇ ਨਾਮ ਇਹ ਆ, ਕਦੇ ਨਾਮ ਆਹ ਲਿਖਤਾ। ਤਾਂ ਡਾਇਰੈਕਟਰ ਤਾਂ ਰਲ ਮਿਲ ਕੇ ਹੀ ਹੁੰਦਾ ਜੀ। ਪਰ ਰੋਲ, ਕੈਮਰਾ, ਐਕਸ਼ਨ, ਕੱਟ, ਇਹ ਤੁਸੀਂ ਪਹਿਲੀ ਵਾਰ ਕਹੇ ਹੋਣਗੇ ਕਿ ਨਹੀਂ? ਕੌਣਾ ਯਾਰ 'ਚ ਪਹਿਲੀ ਵਾਰ ਗਏ ਸੀ, ਜਾਂ ਜਿਵੇਂ ਬੰਬੂਗੜ੍ਹ ਦਾਣਾ ਪਾਣੀ ਦੇ ਵਿੱਚ ਕਦੇ ਐਵੇਂ, ਜਿਵੇਂ ਹੁਣ ਵੀ ਐਵੇਂ ਹੈਰੀ ਪੱਟੀ ਦੇ ਤਰਨ ਸੀਗੇ ਰੱਬ ਦਾ ਰੇਡੀਓ ਦੇ ਵਿੱਚ, ਤਾਂ ਉਹ ਕਦੇ ਕਿਸੇ ਦਿਨ ਕਿ ਲੈ ਯਾਰ ਸੀਨ ਕਰ ਰਹੇ ਆ, ਸੀਨ ਸਮਝਾਤਾ, ਓਕੇ ਲਿਆ ਫੜਾਓ ਮਾਈਕ, ਓਕੇ ਕਰੀਏ। ਉਹ ਐਂ ਹੋ ਜਾਂਦਾ ਗਈ ਫਲੋ ਦੇ ਵਿੱਚ। ਐਕਸ਼ਨ ਕਹਿ ਜਾਈਦਾ ਸੀਗਾ ਕਦੇ ਇੱਕ ਅੱਧੀ ਵਾਰ। ਜਿਵੇਂ ਮੈਨੂੰ ਯਾਦ ਆ ਕਿ ਦਾਣਾ ਪਾਣੀ ਦਾ ਇੱਕ ਸੀਨ ਕਰ ਰਹੇ ਸੀ, ਜਿੰਮੀ ਭਾਜੀ ਤੇ ਘੁੱਗੀ ਭਾਜੀ ਸੀ, ਉਹ ਇੱਕ ਤੰਗ ਦੁਕਾਨ ਦੇ ਵਿੱਚ ਸੀ। ਉੱਥੇ ਖੜਨ ਨੂੰ ਜਗ੍ਹਾ ਨਹੀਂ ਸੀਗੀ, ਉੱਥੇ ਇੰਨੀ ਵੀ ਜਗ੍ਹਾ ਨਹੀਂ ਸੀਗੀ ਵੀ ਸਿਨੇਮੈਟੋਗ੍ਰਾਫਰ, ਡਾਇਰੈਕਟਰ ਤੇ ਰਾਈਟਰ ਤਿੰਨੋਂ ਖੜ ਜਾਣ। ਅੱਛਾ। ਸਿਨੇਮੈਟੋਗ੍ਰਾਫਰ ਨੇ ਤਾਂ ਖੜਨਾ ਹੀ ਸੀ, ਰਾਈਟਰ ਦਾ ਖੜਨਾ ਇਸ ਲਈ ਜ਼ਰੂਰੀ ਸੀ ਕਿ ਰਾਈਟਰ ਨੇ ਡਾਇਲੌਗ ਸੁਣਾਉਣਾ ਵੀ ਸੀ ਤੇ ਸੁਣਨਾ ਵੀ ਸੀ। ਤਾਂ ਫਿਰ ਮੈਂ ਉਦੋਂ ਯਾਦ ਆ, ਮੈਂ ਤਰਨ ਨੂੰ ਕਿਹਾ, ਮੈਂ ਕਿਹਾ ਤਰਨ ਕੋਈ ਨਹੀਂ, ਮੈਂ ਹੀ ਅੰਦਰ ਐਕਸ਼ਨ ਬੋਲ ਦੂੰਗਾ। ਉਹ ਉਦੋਂ ਬੋਲਿਆ ਸੀ ਪਹਿਲੀ ਵਾਰ। ਓ ਅੱਛਾ, ਹਾਂ ਠੀਕ ਹੈ। ਤੁਸੀਂ ਆਪਣੀ ਸਕ੍ਰਿਪਟ ਦੇ ਵਿੱਚ ਇੰਪਰੋਵਾਈਜ਼ੇਸ਼ਨ ਨੂੰ ਕਿੰਨੀ ਥਾਂ ਦਿੰਦੇ ਹੋ? ਆਰਟਿਸਟਾਂ ਨੂੰ ਤੁਸੀਂ ਕਿੰਨਾ ਅਲਾਉ ਕਰਦੇ ਹੋ ਵੀ ਠੀਕ ਆ ਇੱਥੇ ਤੁਸੀਂ ਕਰ ਸਕਦੇ ਹੋ? ਮੈਮ ਜੇ ਤੁਸੀਂ ਨਾ ਮੇਰੀਆਂ ਫਿਲਮਾਂ ਧਿਆਨ ਨਾਲ ਦੇਖੋ, ਈਵਨ ਹੁਣ ਬਾਜਰੇ ਦਾ ਸਿੱਟਾ ਵੀ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰਾ ਜਮਾ ਹੀ ਨੈਚੁਰਲ ਸੀਨ ਬਣੇ। ਇੱਕ ਬਾਜਰੇ ਦਾ ਸਿੱਟੇ ਦਾ ਸੀਨ ਤੁਹਾਨੂੰ ਜ਼ਰੂਰ ਬਹੁਤ ਪਸੰਦ ਆਇਆ ਹੋਣਾ ਜੇ ਤੁਸੀਂ ਦੇਖੀ ਹੋਊਗੀ, ਜਿਹਦੇ 'ਚ ਮਾਂ ਉਹਨੂੰ ਕਹਿੰਦੀ ਆ ਵੀ ਚੁੰਨੀ ਸਿਰ 'ਤੇ ਨਹੀਂ, ਗਲ 'ਤੇ ਨਹੀਂ, ਗਲ 'ਚ ਨਹੀਂ, ਸਿਰ 'ਤੇ ਲੈ ਲਾ, ਹੈ ਨਾ। ਉਹ ਸੀਨ ਬਹੁਤ ਨੈਚੁਰਲ। ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਿਨੇਮੇ ਦਾ ਮਤਲਬ ਹੀ ਹੁੰਦਾ ਕਿ ਅਸੀਂ ਨੈਚੁਰਲ ਨੂੰ ਡਿਪਿਕਟ ਕਰ ਰਹੇ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਮਾ ਹੀ ਐਵੇਂ ਦਿਖਾ ਦਾਂ ਜਿਵੇਂ ਬੰਦਾ ਭੁੱਲ ਹੀ ਜਾਵੇ ਕਿ ਉਹ ਫਿਲਮ ਦੇਖ ਰਿਹਾ, ਉਹਨੂੰ ਲੱਗੇ ਮੈਂ ਆਪਦੇ ਘਰੇ ਬੈਠਾ, ਮੇਰੇ ਆਲੇ ਦੁਆਲੇ ਇਹ ਚੱਲ ਰਿਹਾ, ਹੈ ਨਾ। ਉਹ ਫਿਰ ਮੈਂ ਡਾਇਲੋਗ ਵੀ ਉਹੋ ਜਿਹੀ ਰੱਖਦਾ ਜੋ ਘਰਾਂ 'ਚ ਆਮ ਵਰਤੇ ਜਾਂਦੇ ਨੇ, ਜਿਵੇਂ ਗਲ 'ਚ ਨਹੀਂ ਸਿਰ 'ਤੇ ਲੈ ਲਾ ਮੇਰੀ ਇਹ ਦੁਸ਼ਮਣੇ, ਇਹ ਆਮ ਬੋਲਿਆ ਜਾਂਦਾ, ਹੈ ਨਾ। ਸੋ ਡਾਇਲੋਗ ਵੀ ਉਹੋ ਜਿਹੇ ਜਿਹੜੇ ਆਪਦੇ ਕੰਨਾਂ 'ਚ ਵੀ ਬੜੀ ਵਾਰ ਪਏ ਹੁੰਦੇ ਨੇ, ਉਹ ਰੱਖਦਾ। ਤੇ ਫਿਰ ਸਿਰਫ ਡਾਇਲੋਗ ਹੀ ਨਹੀਂ, ਉਹ ਕਰੈਕਟਰ ਦੀ ਬਾਡੀ ਲੈਂਗੁਏਜ ਵੀ ਉਹੀ ਹੁੰਦੀ ਹੈ। ਬਾਡੀ ਲੈਂਗੁਏਜ ਮੈਂ ਤੁਹਾਨੂੰ ਦੱਸਦਾ ਕਿਵੇਂ। ਉੱਥੇ ਮੈਮ ਮੈਂ ਕਈ ਵਾਰ ਡਾਇਲੋਗਸ ਦਿੰਦਾ ਹੀ ਨਹੀਂ। ਅੱਛਾ। ਬਹੁਤ ਸੀਨਾਂ ਦੇ ਵਿੱਚ ਮੈਂ ਸਿੰਮੀ ਨਾਲ ਵੀ ਕੀਤਾ ਸੀਗਾ, ਇਹਨਾਂ ਨਾਲ ਤਾਂ ਮੇਰੀ ਬਹੁਤ ਜ਼ਿਆਦਾ ਟਿਊਨਿੰਗ ਆ। ਮੈਮ ਜਿਹੜੇ ਹੈਗੇ ਨੇ ਸੀਮਾ ਕੌਸ਼ਲ ਜੀ, ਮੈਂ ਡਾਇਲੋਗਸ ਦਿੰਦਾ ਹੀ ਨਹੀਂ।
ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਮੈਮ ਆਹ ਸਿਚੁਏਸ਼ਨ ਆ, ਕੋਈ ਇੱਕ ਅੱਧਾ ਮੁੱਖ ਬੋਲ ਦਿੰਦਾ ਕਿ ਆਹ ਜ਼ਰੂਰ ਬੋਲ ਦਿਓ, ਆਹ ਸਿਚੁਏਸ਼ਨ ਆ, ਤੁਸੀਂ ਕਰੋ। ਉਹ ਫਿਰ ਮੈਮ ਨੂੰ ਇਹ ਲੱਗਦਾ ਕਿ ਹਾਂ ਯਾਰ ਇਹ ਮੇਰੀ ਧੀ ਆ, ਇਹ ਵਾਕਈ ਜੋਨੀ ਨਹੀਂ ਲੈ ਰਹੀ, ਠੀਕ ਹੈ ਜੀ। ਸੋ ਉਹ ਫਿਰ ਉਹ ਜਮਾ ਨੈਚੁਰਲ ਆ ਜਾਂਦਾ। ਡਾਇਲੌਗਸ ਮੈਂ ਦਿੰਦਾ ਹੀ ਨਹੀਂ, ਕਈ ਵਾਰ ਇੰਪਰੋਵਾਈਜ਼ ਹੀ ਕਰਵਾ ਦਿੰਦਾ। ਸੋ ਉੱਥੇ ਇੰਪਰੋਵਾਈਜ਼ੇਸ਼ਨ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਟਿਪੀਕਲ ਨਾਲੋਂ ਜ਼ਿਆਦਾ ਵਧੀਆ ਹੋ ਸਕਦਾ ਆ, ਹੈ ਨਾ। ਪਰ ਫਿਰ ਵੀ ਤੁਹਾਡੇ ਲਈ ਐਜ਼ ਡਾਇਰੈਕਟਰ ਕੁਝ ਅਲੱਗ ਐਕਸਪੀਰੀਅੰਸ ਤਾਂ ਜ਼ਰੂਰ ਰਿਹਾ ਹੋਣਾ ਇਹਦਾ, ਬਾਜਰੇ ਦਾ, ਸਿੱਟੇ ਦਾ। ਭਾਵੇਂ ਤੁਸੀਂ, ਕਿਉਂਕਿ ਮੈਂ ਜਦੋਂ ਔਨ ਲੋਕੇਸ਼ਨ ਵੀ ਦੇਖਦੇ ਕਈ ਵਾਰੀ ਤੁਸੀਂ ਹਮੇਸ਼ਾ ਆਪਣੇ ਸੈੱਟ ਤੇ ਹੁੰਦੇ ਹੋ, ਭਾਵੇਂ ਤੁਸੀਂ ਰਾਈਟਰ ਹੋ ਫਿਲਮ ਦੇ ਜਾਂ ਉਹ ਐਕਸਪੀਰੀਅੰਸ ਅਲੱਗ। ਫਿਰ ਉਹੀ ਉੱਥੇ ਗੱਲ ਆ ਗਈ, ਕੌਣਾ ਯਾਰ ਪਹਿਲਾਂ ਕੀਤੀ ਸੀਗੀ, ਐਕਸਪੀਰੀਅੰਸ ਅਲੱਗ ਤਾਂ ਕੁਛ ਨਹੀਂ। ਇਹ ਜ਼ਰੂਰ ਹੁੰਦਾ ਕਿ ਪਹਿਲਾਂ ਵੀ ਮੂਵੀ ਤੁਹਾਨੂੰ ਦੱਸਿਆ ਵੀ ਰਲ ਮਿਲ ਕੇ ਕਰਦੇ ਸੀਗੇ, ਜਿਵੇਂ ਦਾਣਾ ਪਾਣੀ 'ਚ ਤਾਂ ਮੈਂ ਪ੍ਰੋਡਿਊਸਰ, ਵਨ ਆਫ ਦਾ ਪ੍ਰੋਡਿਊਸਰਸ ਵੀ ਸੀਗਾ। ਪਰ ਡਾਇਰੈਕਟਰ ਨੂੰ ਇੱਜ਼ਤ ਬਹੁਤ ਮਿਲਦੀ ਹੈ। ਡਾਇਰੈਕਟਰ ਦਾ ਤਾਂ ਬੜਾ ਸਵਾਦ ਆਉਂਦਾ ਡਾਇਰੈਕਟਰ ਬਣ ਕੇ। ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਕਿਹਾ ਯਾਰ ਹੁਣ ਤੱਕ ਨਹੀਂ ਬਣੇ ਡਾਇਰੈਕਟਰ ਬਣ ਕੇ। ਸਵਾਦ ਆ, ਥੋੜ੍ਹੀ ਨਜ਼ਰ ਜਿੱਧਰ ਨੂੰ ਚਲੀ ਜਾਂਦੀ ਆ, ਜਿਵੇਂ ਇੱਧਰ 4 ਬੰਦੇ ਕੁਰਸੀਆਂ 'ਤੇ ਬੈਠੇ ਨੇ, ਤੁਸੀਂ ਇੱਧਰ ਕੰਮ ਕਰ ਰਹੇ ਹੋ, ਤੁਸੀਂ ਥੋੜ੍ਹੀ ਨਜ਼ਰ ਆਏਗੀ ਤਾਂ ਚਾਰੋਂ ਖੜੇ ਹੋ ਜਾਂਦੇ ਨੇ। ਕਈ ਵਾਰ ਤੁਸੀਂ ਜਾਣ ਕੇ ਨਹੀਂ ਦੇਖਦੇ ਉੱਧਰ ਕਿ ਯਾਰ ਉਹ ਖੜੇ ਹੀ ਨਾ ਹੋ ਜਾਣ, ਸਮਝ। ਤੁਸੀਂ ਤੁਰੇ ਜਾ ਰਹੇ ਹੋ ਤਾਂ ਜਿੱਧਰੋਂ ਲੰਘ ਰਹੇ ਲੋਕ ਖੜੇ ਹੁੰਦੇ ਜਾਂਦੇ ਨੇ। ਉਹ ਡਾਇਰੈਕਟਰ ਦੀ, ਮੈਂ ਨਹੀਂ ਕਹਿੰਦਾ ਕਿ ਇਹ ਕੋਈ ਹਉਮੈ ਆ, ਪਰ ਆਪਾਂ ਨੂੰ ਹੁਣ ਪਿੰਡਾਂ ਦੇ ਜਵਾਕਾਂ ਨੂੰ ਜੇ ਆਏ ਜੇ ਮਿਲ ਜੇ ਬਚਪਨ ਤੋਂ ਲੈ ਕੇ ਹੁਣ ਤੱਕ ਵੀ ਲੋਕ ਖੜੇ ਹੋ ਰਹੇ ਨੇ, ਚੰਗਾ ਜਿਹਾ ਲੱਗਦਾ ਯਾਰ, ਵੀ ਵਧੀਆ ਲੱਗ ਰਿਹਾ। ਕਿਉਂਕਿ ਸ਼ਾਇਦ ਡਾਇਰੈਕਟਰ ਹੀ ਉਹ ਇੱਕ ਪਰਸਨ ਹੁੰਦਾ ਪੂਰੇ ਸੈੱਟ ਤੇ ਜਿੱਥੋਂ ਲੋਕੀ ਕਮਾਂਡ ਦੀ ਵੇਟ ਜਾਂ ਐਕਸਪੈਕਟ ਲੋਕ ਰੱਖਦੇ ਰਿਸਪੈਕਟ ਨੇ। ਕਰਦੇ ਨੇ। ਮੈਂ ਨਹੀਂ ਕਹਿੰਦਾ ਕਿ ਡਰਦੇ ਨੇ, ਰਿਸਪੈਕਟ ਕਰਦੇ ਨੇ, ਉਹ ਵਧੀਆ ਲੱਗਦਾ। ਸੋ ਉਹ ਡਾਇਰੈਕਟਰ ਬਣ ਕੇ ਉਹ ਚੰਗਾ ਲੱਗਦਾ। ਬਾਜਰੇ ਦਾ ਸਿੱਟਾ ਤੁਸੀਂ ਇਸ ਵਾਰੀ ਕਿਉਂ ਚੁਣੀ ਸੀਗੀ ਫਿਲਮ? ਵੈਸੇ ਤਾਂ ਜੀ ਫਿਲਮਾਂ ਮੈਨੂੰ ਚੁਣਦੀਆਂ ਨੇ, ਹੈ ਨਾ। ਕੁਛ ਨਹੀਂ ਜੀ, ਅਸੀਂ ਇਹਨਾਂ ਨਾਲ, ਮੈਂ ਜਿਹੜੇ ਨਵਦੀਪ ਬਾਈ ਨੇ, ਸ਼੍ਰੀ ਨਰੋਤਮ ਵਾਲੇ, ਅੰਕਿਤ ਬਾਈ ਮੇਰੇ ਦੋਸਤ ਨੇ, ਅਸੀਂ ਕੋਈ ਹੋਰ ਫਿਲਮ ਪਲਾਨ ਕਰ ਰਹੇ ਸੀ। ਮੇਰੇ ਨਾਲ ਇਹ ਵੀ ਬਹੁਤ ਹੋਣ ਲੱਗ ਗਿਆ ਜਾਂ ਹੁੰਦਾ, ਫਿਲਮ ਹੋਰ ਕਰੀ ਦੀ ਆ, ਮੁੜ ਕੇ ਮੈਂ ਪ੍ਰੋਡਿਊਸਰ ਨੂੰ ਆ ਕੇ ਕਹਿ ਦੇਣਾ ਵੀ ਬਾਈ ਜੀ ਨਹੀਂ ਯਾਰ ਮੇਰਾ ਜੀ ਹੋਰ ਕਰਨ ਨੂੰ ਕਰ ਰਿਹਾ, ਉਹ ਕਰਦੇ ਆ, ਛੱਡੋ ਇਹਨੂੰ। ਉਹ ਕਹਿੰਦਾ, ਪ੍ਰੋਡਿਊਸਰ ਕਹਿੰਦਾ ਅੱਛਾ ਬਾਈ ਦੇਖ ਲਓ। ਕਈ ਵਾਰ ਤਾਂ ਵੀ 2-2 ਮਹੀਨੇ ਹੀ ਲੰਘ ਜਾਂਦੇ ਨੇ। ਮੈਂ ਸੁਰਿੰਦਰ ਕੌਰ ਦੇ ਗਾਣੇ ਸੁਣ ਰਿਹਾ ਸੀਗਾ, ਬੜਾ ਸੋਹਣਾ ਗਾਣਾ ਉਹਨਾਂ ਦਿਨਾਂ 'ਚ ਮੇਰੇ ਮੂੰਹ 'ਤੇ ਬੜਾ ਚੜ੍ਹਿਆ ਹੋਇਆ ਸੀ, ਨੱਚ ਲੈਣ ਦੇ ਨਹੀਂ ਮੈਨੂੰ ਦਿਓਰ ਦੇ ਵਿਆਹ ਵਿੱਚ, ਬਹੁਤ ਸੋਹਣਾ ਗਾਣਾ ਉਹ। ਫਿਰ ਹੋਰ 1-2 ਸੁਰਿੰਦਰ ਕੌਰ ਦੇ ਗਾਣੇ, ਉਹ ਗਾਣੇ ਸੁਣਦੇ ਐਂ ਲੱਗਦਾ ਸੀ ਯਾਰ, ਮੇਰਾ ਦੋਸਤ ਸੀ ਨਾਲ ਜੱਸੀ, ਮੈਂ ਯਾਰ ਜੱਸੀ ਕਿਉਂ ਨਾ ਯਾਰ ਫਿਲਮ ਇਹਦੇ 'ਤੇ ਬਣੀ। ਮੈਨੂੰ ਯਾਦ ਹੈ ਡਾਇਰੈਕਟਰ ਸਾਹਿਬ ਨੇ, ਪ੍ਰੇਮ ਸਿੱਧੂ, ਉਹ ਬੈਠੇ ਸੀ ਮੇਰੇ ਘਰੇ ਆਏ, ਮੈਂ ਕਿਹਾ ਬਾਈ ਗਾਣਾ ਸੁਣੋ ਕਿੱਡਾ ਵਧੀਆ। ਫਿਰ ਮੈਂ ਕਿਹਾ ਬਾਈ ਮੈਨੂੰ ਐਂ ਲੱਗਦਾ ਯਾਰ ਇੱਕ ਫਿਲਮ ਹੀ, ਮਤਲਬ ਇਹ ਗਾਣੇ ਜਿਹੜੀ ਇੱਕ ਖੁਸ਼ਬੂ ਤੁਹਾਡੇ ਅੰਦਰ ਜਗਾ ਰਹੇ ਨੇ, ਉਸ ਖੁਸ਼ਬੂ ਨੂੰ ਜਗਾਉਂਦੀ ਇੱਕ ਫਿਲਮ ਹੋਵੇ। ਉਹਨਾਂ ਨੇ ਵੀ ਬੜਾ ਐਪਰੀਸ਼ੀਏਟ ਕੀਤਾ, ਕਹਿੰਦੇ ਬਾਈ ਜੀ ਕਰੋ। ਮੇਰਾ ਉਦੋਂ ਮੈਂ ਠਾਣ ਲਈ, ਮੈਂ ਕਿਹਾ ਯਾਰ ਇਹ ਕਰਨੀ ਆ। ਆਉਂਦੇ ਇੱਕ ਕਹਾਣੀ ਜੀ ਬਣ ਗਈ, ਪ੍ਰੋਡਿਊਸਰ ਨੂੰ ਸੁਣਾਈ, ਮੈਂ ਕਿਹਾ ਬਾਈ ਆਹ ਸਟੋਰੀ ਆ। ਉਹਨਾਂ ਨੇ ਕਿਤੇ ਐਮੀ ਨੂੰ ਸੁਣਾਤੀ, ਐਮੀ ਬਾਈ ਕਹਿੰਦਾ ਵੀ ਮੈਂ ਕਰਨੀ ਆ ਐਮ। ਅੱਛਾ, ਇਨ ਹੋ ਗਏ ਸਾਰੇ, ਮੂਵੀ ਸਟਾਰਟ ਹੋ ਗਈ। ਪਰ ਤੁਹਾਡੀਆਂ ਮੋਸਟਲੀ ਕਹਾਣੀਆਂ ਸਮੇਂ ਤੋਂ ਪਿੱਛੇ ਜਾ ਕੇ ਹੀ ਕਿਉਂ ਬਣਦੀਆਂ ਨੇਗੀਆਂ ਮੋਸਟਲੀ? ਹਾਂ, ਮੈਨੂੰ ਮਜ਼ਾ ਆਉਂਦਾ ਜੀ ਉਹ। ਇਹ ਤੁਹਾਨੂੰ ਬਤੌਰ ਲੇਖਕ ਜਾਂ ਬਤੌਰ ਡਾਇਰੈਕਟਰ ਨੋਸਟੈਲਜੀਆ ਰਹਿੰਦਾ ਉਸ ਸਮੇਂ ਦਾ, ਜਾਂ ਫਿਰ ਤੁਹਾਨੂੰ ਲੱਗਦਾ ਕਿ ਉਸ ਸਮੇਂ ਦੇ ਵਿੱਚ ਜਾ ਕੇ ਮੈਂ ਇਸ ਕਹਾਣੀ ਨੂੰ ਬਿਹਤਰ ਤਰੀਕੇ ਦੇ ਨਾਲ ਪੇਸ਼ ਕਰ ਸਕਦਾ? ਨੋਸਟੈਲਜੀਆ ਕੀ ਹੁੰਦਾ ਜੀ, ਮੈਨੂੰ ਬੜੇ ਲੋਕਾਂ ਨੇ ਥੱਲੇ ਲਿਖਿਆ ਵੀ ਕਮੈਂਟਸ ਦੇ ਵਿੱਚ, ਮੈਨੂੰ ਪਤਾ ਨਹੀਂ ਕੀ ਹੁੰਦਾ। ਵੀ ਜਿਵੇਂ ਆਪਾਂ ਨੂੰ ਕਿਸੇ ਬੀਤੇ ਸਮੇਂ ਦਾ ਉਦਰੇਵਾਂ ਹੋਵੇ, ਵੀ ਆਪਾਂ ਉਸ ਸਮੇਂ 'ਚੋਂ ਲੰਘੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਕੌਨਸ਼ੀਅਸਲੀ ਅਨਕੌਨਸ਼ੀਅਸਲੀ ਉਸ ਸਮੇਂ 'ਚ ਹੀ ਜਿਉਣਾ ਚਾਹੁੰਦੇ ਹਾਂ, ਜਾਂ ਉਸ ਬੀਤੇ ਸਮੇਂ ਨੂੰ ਜ਼ਿਆਦਾ ਯਾਦ ਕਰਦੇ ਹਾਂ। ਹੋ ਸਕਦਾ ਤੁਹਾਡੀ ਗੱਲ ਸਹੀ ਹੋਵੇ। ਮੈਨੂੰ ਤਾਂ ਮਜ਼ਾ ਆਉਂਦਾ ਜੀ ਉਹ ਪੁਰਾਣੇ ਜ਼ਮਾਨੇ ਦੀਆਂ ਫਿਲਮਾਂ ਕਰਕੇ। ਦੇਖੋ ਕਿੰਨੀ ਸੋਹਣੀ ਗੱਲ ਆ ਨਾ ਕਿ ਨਾਲੇ ਤਾਂ ਬੰਦਾ ਡਾਇਲੌਗਸ ਦਾ ਸਵਾਦ ਲੈ ਰਿਹਾ, ਨਾਲ ਹੀ ਬੰਦਾ ਉਹ ਇੱਕ ਸੀਨ 'ਚ 2 ਸਵਾਦ ਆ ਰਹੇ ਨੇ। ਇੱਕ ਤਾਂ ਬੰਦਾ ਫਿਲਮ ਦੀ ਕਹਾਣੀ ਦਾ ਸਵਾਦ ਲੈ ਰਿਹਾ, ਨਾਲ ਹੀ ਇੱਕ ਬੀਤੇ ਹੋਏ ਜ਼ਮਾਨੇ ਦੀਆਂ ਯਾਦਾਂ ਤਾਜ਼ੀਆਂ ਕਰ ਰਿਹਾ। ਕਿੰਨਾ ਸਵਾਦ ਆਉਂਦਾ ਜਦੋਂ ਆਪਾਂ ਪੁਰਾਣੇ ਸਮੇਂ ਦੀਆਂ ਫੋਟੋਆਂ, ਲੰਘੇ ਸਮੇਂ ਦੀਆਂ ਫੋਟੋਆਂ, ਛੋਟੇ ਹੁੰਦਿਆਂ ਦੀਆਂ ਆਪਣੀਆਂ ਦੇਖਦੇ ਹਾਂ। ਸੋ ਉਹ ਗੱਲ ਆ ਕਿ ਕਹਾਣੀ ਵੀ ਚੱਲ ਰਹੀ ਹੈ ਅਤੇ ਬੀਤਾ ਸਮਾਂ ਵੀ ਯਾਦ ਹੋ ਰਿਹਾ, ਯਾਦਾਂ ਵੀ ਤਾਜ਼ੀਆਂ ਹੋ ਰਹੀਆਂ, ਐਂਟਰਟੇਨਮੈਂਟ ਦੁੱਗਣਾ ਹੋ ਜਾਂਦਾ। ਸੋ ਉਹ ਆ ਜੀ, ਮੈਨੂੰ ਮਜ਼ਾ ਆਉਂਦਾ। ਪਰ ਵੈਸੇ ਤੁਸੀਂ ਦੇਖੋ, ਮੈਂ ਫਿਲਮਾਂ ਤਾਂ ਹੋਰ ਵੀ ਕੀਤੀਆਂ, ਜਿਵੇਂ ਆਹੀ ਸਾਰੀਆਂ ਅਫਸਰ, ਬਾਈਲਾਰਸ, ਜੱਟ, ਜੇਮਸ ਬੌਂਡ,
ਇਹ ਹੁਣ ਦੇ ਸਮੇਂ ਦੀ ਹੁਣ ਦੇ ਸਮੇਂ ਦੀ, पर मैक्सिमम ਜੇ ਆਪਾਂ ਗੱਲ ਕਰੀਏ ਤੁਹਾਡੀਆਂ ਫਿਲਮਾਂ पुरानी ही ने जी। अगर ये इल्ज़ाम है तो ये इल्ज़ाम मुझे कबूल है। दाग अच्छे हैं। हाँ, दाग अच्छे हैं तो कबूल है। वैसे भी कोई ना कोई इल्ज़ाम तो रह ही जाना जी। तो ये इल्ज़ाम कबूल है ਬਿਲਕੁਲ। ਤੇ ਇੱਕ ਜਿਹੜੀ ਤੁਹਾਡੀ ਹੋਰ ਫਿਲਮਾਂ ਦੀ ਖਾਸੀਅਤ ਮੈਨੂੰ ਲੱਗਦੀ ਹੁੰਦੀ ਹੈ ਤੇ ਮੈਨੂੰ ਲੱਗਦਾ ਹੁੰਦਾ ਕਿ ਤੁਹਾਡੀ ਹਰ ਫਿਲਮ ਦੇ ਵਿੱਚ ਮੈਕਸਿਮਮ ਜਿਹੜੀਆਂ ਪਿਛਲੇ ਸਮੇਂ 'ਚ ਜਾ ਕੇ ਪੋਸਟ ਪੀਰੀਓਡਿਕ ਫਿਲਮਾਂ ਹੁੰਦੀਆਂ ਨੇ, हाँ जी। ਬਾਤਾਂ ਤੇ ਕਹਾਵਤਾਂ, ਇਹਨਾਂ ਬਾਤਾਂ ਦੀ ਤੇ? ਕਹਾਵਤਾਂ ਇਹਨਾਂ ਦੀ ਖਾਸ ਥਾਂ ਹੁੰਦੀ ਹੈ, ਬਾਤਾਂ ਖਾਸ ਤੌਰ ਤੇ। ਇਹ ਤੁਸੀਂ ਕੌਨਸ਼ੀਅਸਲੀ ਪਾਉਂਦੇ ਹੋ? देखो जो मैं देखा आपदे बचपन, शायद ना मैं भावें बहुत ਵੱਡਾ ਹੋ ਗਿਆ ਪਰ ਮੈਂ ਹਲੇ ਆਪਦੇ ਬਚਪਨ ਚੋਂ ਬਾਹਰ ਨਹੀਂ ਆਇਆ। ਸੋ ਇਹਨੂੰ ਮੇਰੇ ਲਈ- ਨੋਸਟੈਲਜੀਆ ਕਹਿੰਦੇ ਨੇ ਬੇਸਿਕਲੀ। ਅੱਛਾ। ਮੈਂ ਜੇ ਤੁਸੀਂ ਹੁਣ ਮੇਰੇ ਨਾਲ ਗੱਲ ਕਰੋ, ਜਦੋਂ ਮੈਂ 6th 'ਚ ਪੜ੍ਹਦਾ ਸੀ ਤਾਂ ਮੈਂ ਉਸ 6th 'ਚ ਵਾਕਈ ਚਲਾ ਜਾਣਾ। ਮੈਨੂੰ ਵਾਕਈ ਮੇਰਾ ਕਲਾਸਰੂਮ ਦੇਖਣ ਲੱਗ ਜਾਂਦਾ। ਜੇ ਤੁਸੀਂ ਗੱਲ ਕਰੋ, ਉਹ ਹਲੇ ਮੇਰਾ ਸਕੂਲ ਵੀ ਨਹੀਂ ਲੱਗਿਆ ਸੀ ਤਾਂ ਮੈਂ ਉੱਥੇ ਚਲਾ ਜਾਣਾ। ਸੋ ਉਹ ਸਮਾਂ, ਇਹ ਸਮਾਂ ਮੇਰੇ ਲਈ ਸਾਰਾ ਬਰਾਬਰ ਹੀ ਚੱਲ ਰਿਹਾ। ਸੋ ਉਦੋਂ ਛੋਟੇ ਹੁੰਦੇ ਬਾਤਾਂ ਪਾਉਂਦੇ ਹੁੰਦੇ ਸੀ, ਜਦੋਂ ਵਿਹੜੇ 'ਚ ਮੰਜੇ ਲੱਗੇ ਹੁੰਦੇ ਸੀ ਤੇ ਸਰਾਣੇ ਦੇ ਸਿਰ ਰੱਖਦੇ ਸੀ, ਆਸਮਾਨ ਦਿਖਦਾ ਹੁੰਦਾ ਸੀ, ਤਾਰੇ ਦਿਖਦੇ ਸੀ। ਉਦੋਂ ਬੜੀ ਸੋਹਣੀ ਸੋਹਣੀਆਂ ਬਾਤਾਂ ਹੁੰਦੀਆਂ ਸੀ ਤੇ ਉਹ ਬਾਤਾਂ ਮੈਨੂੰ ਲੱਗਦਾ ਜ਼ਿੰਦਗੀ ਦੀ ਬਹੁਤ ਜ਼ਿਆਦਾ ਖੂਬਸੂਰਤ ਚੀਜ਼ ਸੀ। ਸ਼ਾਇਦ ਉਹ ਤੁਹਾਨੂੰ ਰੱਬ ਦੇ ਨੇੜੇ, ਰੱਬ ਦੀ ਯਾਦ ਦੇ ਨੇੜੇ ਲੈ ਜਾਂਦੀਆਂ ਸੀ। ਸੋ ਤਾਂ ਮੈਂ ਉਹ ਚੀਜ਼ਾਂ ਰੱਖਦਾ। ਨਾਲੇ ਉਹ ਦੋ ਜਨਰੇਸ਼ਨਸ ਦੀ ਕਨੈਕਟੀਵਿਟੀ ਵੀ ਸੀਗੀ ਨਾ, ਜਿਵੇਂ ਬਾਤਾਂ ਸਾਨੂੰ ਮਾਂ-ਬਾਪ ਨਹੀਂ ਸੀ ਸੁਣਾਉਂਦੇ ਹੁੰਦੇ, ਸਾਡੇ ਦਾਦਾ ਦਾਦੀ ਹੀ ਸੁਣਾਉਂਦੇ ਹੁੰਦੇ ਸੀਗੇ। ਸੋ ਉਹ ਜਿਵੇਂ ਕਹਾਣੀਆਂ ਹੋ ਗਈਆਂ, ਬਾਤਾਂ ਹੋ ਗਈਆਂ, ਉਹ ਦੋ ਪੀੜ੍ਹੀਆਂ ਨੂੰ ਜੋੜਨ ਦਾ ਵੀ ਕੰਮ ਕਰਦੀਆਂ ਜਿਵੇਂ ਸੀ। ਮੂਵੀ 'ਚ ਬੜੀ ਸੋਹਣੀ ਚੀਜ਼ ਆ ਨਾ, ਉਹ ਕਹਿੰਦੀ ਉਹ ਬਾਤ ਪਾਉਂਦੀ ਆ ਦਾਦੀ, ਫਿਰ ਮਾਂ ਕਹਿੰਦੀ ਮੈਂ ਬੁੱਝਾਂ, ਕਹਿੰਦੀ ਚੱਲ ਹਾਂ ਤੂੰ ਬੁੱਝ, ਹੈ ਨਾ, ਫਿਰ ਉਹ ਬੁੱਝਦੀ ਆ। ਇਹ ਬਾਤ ਮੇਰੇ ਨਾਨੀ ਜੀ ਪਾਉਂਦੇ ਹੁੰਦੇ ਸੀ, ਜਿਹੜੀ ਉਹ ਕਹਿੰਦੀ ਉਹਦਾ ਮੈਂ ਨਾਂ ਨਹੀਂ ਲੈਣਾ, ਮੇਰਾ ਨਾਂ ਇਹ ਜੀ ਆ, ਉਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀ, ਉਹ ਪਾਉਂਦੇ ਹੁੰਦੇ ਸੀ ਬਾਤ। ਤੇ ਅਸਲ ਦੇ ਵਿੱਚ ਮੈਮ ਗੱਲ ਇਹ ਆ ਕਿ ਇੱਕ ਸ਼ਬਦ ਆ ਵਿਸਮਾਦ। ਵਿਸਮਾਦ ਉਹ ਚੀਜ਼ ਆ ਜਦੋਂ ਤੁਸੀਂ ਰਾਤ ਨੂੰ ਤਾਰਿਆਂ ਨੂੰ ਦੇਖਦੇ ਹੋ ਤਾਂ ਤੁਹਾਡੇ ਅੰਦਰ ਵਿਸਮਾਦ ਜਾਗਦਾ। ਜਦ ਟਿਕੀ ਹੋਈ ਦੁਪਹਿਰ ਦੇ ਵਿੱਚ ਜਵਾਕ ਸੁੱਤੇ ਪਏ ਹੁੰਦੇ ਨੇ ਤਾਂ ਕੰਨਾਂ 'ਚ ਬਾਹਰ ਦੂਰ ਕਿਸੇ ਤੁਰੇ ਜਾਣ ਦੀ ਆਵਾਜ਼ ਆਉਂਦੀ ਆ, ਜਾਂ ਸਕੂਟਰ ਦੇ ਲੰਘਣ ਦੀ, ਜਾਂ ਕੁੱਤੇ ਦੇ ਭੌਂਕਣ ਦੀ, ਤਾਂ ਇੱਕ ਵਿਸਮਾਦ ਜਾਗਦਾ, ਇੱਕ ਕਿਉਰਿਓਸਿਟੀ ਜਾਗਦੀ ਆ ਕਿ ਜਿੱਥੇ ਨਿਗਾਹ ਦੀ ਹੱਦ ਆ, ਹੱਦੇ ਨਿਗਾਹ ਤੋਂ ਪਰੇਗੀ ਆ। ਸੋ ਉਹ ਵਿਸਮਾਦ ਮੇਰੇ ਅੰਦਰ ਬਹੁਤ ਜ਼ਿਆਦਾ ਆ। ਸੋ ਮੈਂ ਆਪਦੀ ਫਿਲਮਾਂ 'ਚ ਵੀ ਉਹ ਵਿਸਮਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦਾ। ਕਈਆਂ ਨੂੰ ਬੋਰਿੰਗ ਲੱਗ ਜਾਂਦਾ, ਕਈਆਂ ਦੇ ਤੀਰ ਨਿਸ਼ਾਨੇ 'ਤੇ ਵੱਜ ਜਾਂਦਾ। ਜਿਹੜਿਆਂ ਨੂੰ ਮੇਰੀਆਂ ਫਿਲਮਾਂ ਪਸੰਦ ਆਉਂਦੀਆਂ ਉਹ ਸਦਾ ਲਈ ਆ ਜਾਂਦੀਆਂ ਨੇ, ਹਾਂ, ਕਈਆਂ ਨੂੰ ਨਹੀਂ ਵੀ ਪਸੰਦ ਆਉਂਦੀਆਂ। ਬਿਲਕੁਲ। ਤੁਹਾਡੀ ਦਾਣਾ ਪਾਣੀ ਦੇ ਸਭ ਤੋਂ ਵੱਡੇ ਫੈਨ ਸਾਡੀ ਟੀਮ ਮੈਂਬਰ ਨੇ ਮਨਜੀਤ ਸਿੰਘ ਰਾਜਪੁਰਾ। ਉਹ ਕਹਿੰਦੇ ਨੇ ਕਿ ਮੈਂ ਦੁਨੀਆ ਦੇ ਉੱਪਰ ਕੋਈ ਫਿਲਮ ਨਹੀਂ ਮੈਨੂੰ ਮਿਲਵਾਓਗਾ ਤੇ ਮੈਂ ਖੁਸ਼ ਹੋਊਂਗਾ ਮਿਲ ਕੇ। ਐਂਡ ਉਹਨਾਂ ਨੇ ਫਿਲਮਾਂ ਬਹੁਤ ਘੱਟ ਦੇਖਦੇ ਨੇ, ਜੇ ਕਿਤੇ ਦੇਖ ਲੈਣ ਤਾਂ ਉਹਦੇ ਬਾਰੇ ਪੋਜ਼ਿਟਿਵ ਬਹੁਤ ਘੱਟ ਲਿਖਦੇ ਨੇ। ਉਹ ਕਹਿੰਦੇ ਕਿ ਜਦੋਂ ਇਹ ਦਾਣਾ ਪਾਣੀ ਫਿਲਮ ਆਈ ਸੀਗੀ ਤੇ ਕਹਿੰਦੇ ਮੈਂ ਉਦੋਂ ਹੀ ਲਿਖਿਆ ਸੀਗਾ ਵੀ ਜਿਹਨੇ ਇਹ ਫਿਲਮ ਬਣਾਈ ਆ ਤੇ ਲਿਖੀ ਆ, ਮੇਰਾ ਦਿਲ ਕਰਦਾ ਮੈਂ ਉਹਨਾਂ ਦੇ ਜਾ ਕੇ ਹੱਥ ਚੁੰਮਾਂ। ਤੇ ਇੱਕ ਦਿਨ ਤਰਨਵੀਰ ਸਟੂਡੀਓ ਆਏ ਸੀਗੇ ਤੇ ਫਿਰ ਅਸੀਂ ਉਹਨਾਂ ਨੂੰ ਮਿਲਵਾਇਆ ਕਿ ਬਣਾਈ ਇਹਨਾਂ ਨੇ ਸੀ, ਲਿਖੀ ਜੱਸ ਉਹਨਾਂ ਨੇ ਸੀਗੀ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਬਹੁਤ ਕਮਾਲ ਕੀਤਾ, ਤੁਹਾਡਾ ਫਿਲਮੀ ਸਫ਼ਰ ਕਹਿੰਦੇ ਬਹੁਤ ਕਾਮਯਾਬ ਆ, ਹੈ ਨਾ। ਸੋ ਤੁਸੀਂ ਆਪਣੀਆਂ ਫਿਲਮਾਂ ਕਿੱਦਾਂ ਚੂਜ਼ ਕਰਦੇ ਹੋ ਕਿ ਇਹ ਜਿਹੜਾ ਸਬਜੈਕਟ ਆ ਇਹ ਅੱਜ ਦੇ ਸਮੇਂ ਲਈ ਰੈਲੇਵੈਂਟ ਆ, ਢੁਕਵਾਂ, ਜਾਂ ਫਿਰ ਇਹ ਹੁਣ ਸਿਨੇਮੇ ਦੀ ਡਿਮਾਂਡ ਆ, ਜਾਂ ਆਡੀਅנס ਨੂੰ ਮੈਨੂੰ ਲੱਗਦਾ ਕਿ ਹੁਣ ਇਹ ਕਹਾਣੀ ਚਾਹੀਦੀ ਹੈ? ਮੈਮ 90% ਤਾਂ ਜਦੋਂ ਕੋਈ ਚੀਜ਼ ਦਿਲ 'ਤੇ ਵੱਜਦੀ ਹੈ, ਅੰਦਰੋਂ ਆਪ ਹੀ ਨਿਕਲਦੀ ਆਵਾਜ਼ ਵੀ ਵਾਹ ਆਹ ਕਰਦੇ ਆ ਯਾਰ, ਉਹ ਕਰ ਲਈਦੇ। ਸੋ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਰੱਬ ਮੈਨੂੰ ਕਹਾਣੀ ਦਿੰਦਾ ਤੇ ਉਹ ਇੱਕ ਇੰਟਿਊਸ਼ਨ ਵਾਂਗੂ ਅੰਦਰੋਂ ਆਵਾਜ਼ ਆਉਂਦੀ ਹੈ ਕਿ ਯਾਰ ਇਹ ਫਿਲਮ ਬਣੂਗੀ। ਉਦੋਂ ਹੀ ਪਤਾ ਨਹੀਂ ਕਿੱਥੋਂ ਪ੍ਰੋਡਿਊਸਰ ਵੀ ਆ ਜਾਂਦਾ ਤੇ ਫਿਲਮ ਬਣ ਜਾਂਦੀ ਹੈ। ਜਿਹੜੀਆਂ ਕਾਮਯਾਬ ਫਿਲਮਾਂ ਨੇ ਵਿੱਚ ਇਹੋ ਜਿਹੀਆਂ ਵੀ ਨੇ ਜਿਹੜੀਆਂ ਅਸੀਂ ਪਲਾਨ ਕੀਤੀਆਂ ਵੀ ਯਾਰ ਕਰਦੇ ਹਾਂ ਬਈ, ਉਹ ਫਿਲਮਾਂ ਚੱਲੀਆਂ ਵੀ ਨਹੀਂ। ਜਿਹੜੀਆਂ ਮੇਰੀਆਂ ਨੋਟਿਸ ਹੋ ਜਾਣ ਵਾਲੀਆਂ ਫਿਲਮਾਂ ਨੇ ਉਹ ਰੱਬ ਵੱਲੋਂ ਹੀ ਆਈਆਂ ਨੇ ਜੀ। ਤੇ ਨਾਲ ਹੀ ਇੱਕ ਠੰਡਾ ਜਿਹਾ ਸਾਹ ਆਉਂਦਾ ਤੇ ਐਂ ਲੱਗਦਾ ਵੀ ਯਾਰ ਇਹ ਫਿਲਮ ਆ ਯਾਰ, ਨਾਲ ਹੀ ਪ੍ਰੋਡਿਊਸਰ ਆ ਜਾਂਦਾ ਯਾਰ, ਤੇ ਹੋ ਜਾਂਦੀ ਉਹ। ਸੋ ਬਾਜਰੀ ਦਾ ਸਿੱਟਾ ਐਗਜ਼ੈਕਟ ਉੱਦਾਂ ਬਣੀ ਜਿਵੇਂ ਤੁਸੀਂ ਸੋਚੀ ਹੋਈ ਸੀਗੀ, ਜੋ ਮਾਈਂਡ ਦੇ ਵਿੱਚ ਜੋ ਪ੍ਰੋਜੈਕਸ਼ਨ ਸੀਗੀ ਉਹੀ ਰਿਐਲਿਟੀ ਦੇ ਵਿੱਚ ਆਈ? 99% ਉਹੀ ਆਈ ਜੀ। ਹਾਲਾਂਕਿ ਹੁਣ ਮੈਨੂੰ ਕੁਛ ਬੰਦੇ ਕਹਿੰਦੇ ਨੇ, ਕੁਛ ਨੇ ਮੈਨੂੰ ਕਿਹਾ ਵੀ ਉਹ ਫਿਲਮ
ਉੱਥੇ ਕੱਲ ਜਨਜੋਤ ਦਾ ਫੋਨ ਆਇਆ, ਡਾਇਰੈਕਟਰ ਆ ਜਿਹੜਾ, ਉਹ ਕਹਿੰਦਾ ਬਾਈ ਉਹ ਮੈਨੂੰ ਐਮੀ ਦਾ ਉਹ ਸੀਨ ਬਹੁਤ ਸੋਹਣੀ ਫਿਲਮ ਸੀ, ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ, ਪਰ ਉਹ ਸੀਨ ਐਂ ਹੋਣਾ ਚਾਹੀਦਾ ਸੀ। ਕਿਸੇ ਨੇ ਮੈਨੂੰ ਕਿਹਾ ਕਿ ਉਹ ਸਟਾਰਟਿੰਗ ਦੇ ਵਿੱਚ ਐਂ ਹੋਣਾ ਚਾਹੀਦਾ ਸੀ, ਅਤੇ ਕਿਸੇ ਨੇ ਕਿਵੇਂ ਕਿਹਾ। ਮੈਂ ਉਹਨਾਂ ਨੂੰ ਇੱਕੋ ਜਵਾਬ ਦਿੰਦਾ ਹੁੰਦਾ ਕਿ ਇਹ ਸਾਰਾ ਕੁਛ ਮੇਰੇ ਦਿਲ ਨੇ ਕਿਹਾ ਸੀ ਕਿ ਐਂ ਹੋਣਾ ਚਾਹੀਦਾ, ਅਤੇ ਮੈਂ ਉਵੇਂ ਕਰ ਲਿਆ। ਅਗਰ ਤੁਹਾਨੂੰ ਕਿਤੇ ਨਹੀਂ ਸਹੀ ਲੱਗਿਆ ਤਾਂ ਉਹ ਫਿਰ ਮੇਰਾ ਦਿਲ ਹੀ ਕਸੂਰਵਾਰ ਆ। ਬਣੀ ਉਵੇਂ ਹੀ ਆ ਜਿਵੇਂ ਮੇਰੇ ਦਿਲ ਨੇ ਕਹੀ ਸੀ, ਕੋਈ ਕੰਪਰੋਮਾਈਜ਼ ਨਹੀਂ ਹੋਇਆ, ਕੁਛ ਨਹੀਂ ਹੋਇਆ, ਜਿਵੇਂ ਮੇਰੇ ਦਿਲ ਨੇ ਕਹੀ ਸੀ ਉਵੇਂ ਹੀ ਬਣੀ ਆ। ਹੁਣ ਮੈਂ ਕਦੇ ਕਿਸੇ ਦਾ ਯਾਰ ਕਾਸ਼ ਮੈਂ ਉਹ ਐਂ ਕਰ ਲੈਂਦਾ, ਪਰ ਨਹੀਂ, ਉਹ ਫਿਰ ਉਹ ਮੇਰਾ ਦਿਲ ਹੀ ਕਸੂਰਵਾਰ ਆ। ਮੈਂ ਆਪਦੇ ਦਿਲ ਨਾਲ ਬਣਾਈ ਆ। ਮੈਨੂੰ ਇੱਕ ਬੰਦਾ ਕਹਿੰਦਾ ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ, ਗਾਣਾ ਤੁਸੀਂ ਬਹੁਤ ਲੰਬਾ ਪਾਇਆ। ਮੈਂ ਕਿਹਾ ਮੈਨੂੰ ਪਾਉਣ ਲੱਗੇ ਹੀ ਪਤਾ ਸੀ ਲੰਬਾ ਜਾ ਰਿਹਾ। ਮੈਂ ਕਿਹਾ ਪਰ ਮੇਰਾ ਫੇਵਰੇਟ ਗਾਣਾ ਮੈਂ ਜਾਣ ਕੇ ਪਾਇਆ, ਹੈ ਨਾ। ਮੈਨੂੰ ਐਡੀਟਿੰਗ ਟੇਬਲ 'ਤੇ ਵੀ ਮੇਰਾ ਐਸੋਸੀਏਟ ਆ ਜਿੰਮੀ, ਕਹਿੰਦਾ ਭਾਜੀ ਗਾਣਾ ਲੰਬਾ ਹੋ ਰਿਹਾ, ਇਹਦੇ ਇੱਕ ਪੈਰਾ ਕੱਟ ਦੀ। ਮੈਂ ਕਿਹਾ ਯਾਰ ਇਹ ਮੇਰੇ ਫੇਵਰੇਟ ਸਿੰਗਰ ਦਾ ਗਾਣਾ, ਸੋ ਇਹ ਲੰਬਾ ਹੀ ਹੋਊਗਾ, ਇੰਨੀ ਕੁ ਤਾਂ ਆਜ਼ਾਦੀ ਮੈਨੂੰ ਲੈਣ ਦਿਓ, ਹੈ ਨਾ। ਮੈਂ ਡਾਇਰੈਕਟਰ ਬਣ ਗਿਆ, ਰਾਈਟਰ ਬਣ ਗਿਆ, ਅਵਾਰਡ ਵੀ ਲੈ ਲਏ, ਹੁਣ ਇੰਨੀ ਕੁ ਆਜ਼ਾਦੀ ਤਾਂ ਲੈਣ ਦਿਓ ਵੀ ਆਪਦੀ ਫੇਵਰੇਟ ਚੀਜ਼ ਨੂੰ ਥੋੜ੍ਹਾ ਲੰਬਾ ਕਰਕੇ ਕੀ 5-10 ਸਕਿੰਟ ਲੰਬਾ ਕਰ ਦੂੰਗਾ। ਸੋ ਉਹ ਮੈਂ ਜਾਣ ਕੇ ਪਾਇਆ ਸੀ। ਕਈਆਂ ਨੂੰ ਬਹੁਤ ਵਧੀਆ ਲੱਗਿਆ, ਕਈਆਂ ਨੂੰ ਸ਼ਾਇਦ ਲੱਗਿਆ। ਪਰ ਜਿਵੇਂ ਤੁਹਾਨੂੰ ਫੀਡਬੈਕ ਮਿਲੇ ਨੇਗੇ, ਉਵੇਂ ਫਿਲਮ ਦੇਖਣ ਤੋਂ ਬਾਅਦ ਮੇਰੀਆਂ ਵੀ ਕੁਝ ਕਨਫਿਊਜ਼ਨ ਸੀਗੀਆਂ। ਜਿੱਦਾਂ ਤੁਹਾਡੇ ਆਰਟਿਸਟ ਵੀ ਜਦੋਂ ਇਸ ਫਿਲਮ ਦੇ ਰਿਲੇਟਡ ਇੰਟਰਵਿਊਜ਼ ਦਿੰਦੇ ਸੀਗੇ ਤਾਂ ਉਹ ਕਹਿੰਦੇ ਸੀਗੇ ਕਿ ਜਸ ਉਹਨਾਂ ਦੀਆਂ ਫਿਲਮਾਂ 'ਚ ਬਹੁਤ ਜ਼ਿਆਦਾ ਡਿਟੇਲਿੰਗ ਹੁੰਦੀ ਆ, ਉਹਨਾਂ ਨੂੰ ਬੋਲ ਕੇ ਨਹੀਂ ਦੱਸਣਾ ਪੈਂਦਾ। ਉਹਨਾਂ ਦਾ ਜੋ ਆਰਟ ਹੁੰਦਾ ਫਿਲਮ ਦਾ, ਜਾਂ ਵਿੱਚ ਜੋ ਸਬਜੈਕਟ ਆਬਜੈਕਟਸ ਹੁੰਦੇ ਨੇਗੇ, ਉਹਨਾਂ ਤੋਂ ਹੀ ਪਤਾ ਲੱਗਦਾ ਕਿ ਉਹ ਕਿਹੜੇ ਸਮੇਂ ਦੀ ਕਹਾਣੀ ਕਹਿ ਰਹੇ ਨੇ ਨਾ। ਹਾਂਜੀ। ਪਰ ਬਾਜਰੇ ਦਾ ਸਿੱਟਾ ਬਹੁਤ ਸੋਹਣੀ ਫਿਲਮ ਆ, ਨੋ ਡਾਊਟ, ਪਰ ਜਿਵੇਂ ਕੁਛ ਕੁ ਫੈਕਟਰ ਬਹੁਤ ਹੀ ਜ਼ਿਆਦਾ ਸੋਹਣੇ ਸੀਗੇ। ਅਤੇ ਬਹੁਤ ਟਾਈਮ ਬਾਅਦ ਮੈਂ ਕੋਈ ਫਿਲਮ ਦੇਖੀ ਸੀ ਜਿੱਥੇ ਕੁਛ ਸੀਨ ਦੇਖ ਕੇ ਵਾਕਈ ਮੈਨੂੰ ਰੋਣਾ ਆਇਆ, ਹੈ ਨਾ। ਤਾਂ ਮੈਂ ਕੁਛ ਟਾਈਮ ਸੀਨ ਇੱਦਾਂ ਦੇ ਸੀਗੇ, ਕਿਉਂਕਿ ਮੈਂ ਇੱਥੇ ਸੀ, ਮੇਰੀ ਬੇਟੀ ਪਿੰਡ ਸੀ, ਤਾਂ ਮੈਂ ਉਹਨੂੰ ਮਿਸ ਕੀਤਾ ਉਸ ਟਾਈਮ ਦੇ ਉੱਪਰ, ਹੈ ਨਾ। ਅਤੇ ਪਰ ਕੁਛ ਚੀਜ਼ਾਂ ਤੁਹਾਨੂੰ ਲੱਗੀਆਂ ਵੀ ਇੰਨੀ ਵੱਡੀ ਗਲਤੀ ਜਸ ਕਿੱਦਾਂ ਕਰ ਸਕਦੇ ਨੇ, ਜਾਂ ਇੱਥੇ ਮਤਲਬ ਉਹ ਕਿੱਦਾਂ ਇਹਨਾਂ ਚੀਜ਼ਾਂ ਨੂੰ ਛੱਡ ਗਏ ਜਾਂ ਇਗਨੋਰ ਕਰ ਗਏ, ਹੈ ਨਾ। ਵੀ ਜਿਵੇਂ ਕਿ ਪੂਰੀ ਫਿਲਮ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕਿਹੜੇ ਸਮੇਂ ਦੀ ਕਹਾਣੀ ਆ। ਵਿੱਚ ਹੀ ਅਸੀਂ LP ਰਿਕਾਰਡ ਲੈ ਕੇ ਆ ਰਹੇ ਹਾਂ, ਫਿਰ ਅਸੀਂ ਉਹ ਟਾਈਮ ਲੈ ਕੇ ਆ ਰਹੇ ਹਾਂ ਵੀ ਜਦੋਂ ਕੁੜੀਆਂ ਸਿਰ ਤੋਂ ਚੁੰਨੀ ਨਹੀਂ ਲਾਉਂਦੀਆਂ, ਪਰ ਉੱਥੇ ਸਾਡੇ ਘਰ ਪੱਕੇ ਨੇਗੇ, ਲਾਈਟ ਅਸੀਂ ਲਾਲਟੇ ਨਾਲ ਹੀ ਦਿਖਾ ਰਹੇ ਹਾਂ। ਘਰ ਸਾਡਾ ਉਹ ਆ ਜਿੱਥੇ 5 ਬੱਲਬ ਲੱਗੇ ਹੋਏ ਨੇ, ਐਂਡ ਅਸੀਂ ਫਿਰ ਲਾਲਟੇ ਨਾਲ, ਮੈਂ ਤੁਹਾਨੂੰ ਦੱਸਦਾ ਹਾਂ, ਪੂਰੀ ਮਾਡਰਨ ਮਸ਼ੀਨਰੀ ਵੀ ਅਸੀਂ ਦਿਖਾ ਰਹੇ ਹਾਂ। ਇਹ ਸਾਰੀ ਗੱਲਾਂ ਸਰਵੇ ਕਰਕੇ ਕੀਤੀਆਂ। ਜਦੋਂ ਗ੍ਰਾਮੋਫੋਨ ਚੱਲਦੇ ਸੀ, ਗ੍ਰਾਮੋਫੋਨ 70-72 ਤੱਕ ਵੀ ਚੱਲਦੇ ਸੀ, ਉਸ ਵਕਤ 60 'ਚ ਵੀ ਚੱਲਦੇ ਸੀਗੇ। ਉਸ ਵਕਤ ਕਈ ਜਗ੍ਹਾ 'ਤੇ ਲਾਈਟ, ਕਈ ਆਪਣੇ ਘਰੇ, ਮੈਂ ਮਿਡ 80s ਦੇ ਵਿੱਚ ਲਾਲਟਨਾਂ ਦੇਖੀਆਂ ਨੇ ਆਪਦੇ ਘਰ 'ਚ। ਹਾਲਾਂਕਿ ਮੇਰੇ ਮੰਮਾ ਜਦੋਂ ਪਹਿਲੀ 'ਚ ਪੜ੍ਹਦੇ ਹੋਣਗੇ ਉਦੋਂ ਬਿਜਲੀ ਉਹਨਾਂ ਦੇ ਘਰ 'ਚ ਹੋਣੀ ਆ, ਪਰ ਮੈਂ ਆਪਦੇ ਹੋਸ਼-ਹਵਾਸ ਦੇ ਵਿੱਚ ਬਲਬ ਵੀ ਦੇਖੇ ਨੇ ਅਤੇ ਲਾਲਟਨਾਂ ਵੀ ਦੇਖੀਆਂ ਨੇ, ਦੋਨੋਂ ਹੀ ਚੀਜ਼ਾਂ ਦੇਖੀਆਂ ਨੇ। ਅਤੇ ਗ੍ਰਾਮੋਫੋਨ ਜੇ ਚੱਲਦਾ ਤਾਂ ਓਬਵੀਅਸਲੀ ਮੈਂ ਤਾਰ ਵਾਲੇ ਮੈਂ ਉਹ ਗ੍ਰਾਮੋਫੋਨ ਨਾ ਯੂਜ਼ ਕਰਕੇ ਤਾਰ ਵਾਲੇ ਕੀਤੇ ਨੇ, ਤਾਂ ਮਤਲਬ ਘਰੇ ਬਿਜਲੀ ਹੈਗੀ ਆ। ਜੇ ਬਿਜਲੀ ਹੈਗੀ ਆ ਤਾਂ ਲਾਲਟਨਾਂ ਵੀ ਯੂਜ਼ ਕਰਦੇ। ਤੁਸੀਂ ਵੀ ਯਾਦ ਕਰੋ, ਆਹ ਟਾਰਚਾਂ ਹੁਣ ਆਈਆਂ ਨੇ, ਲਾਲਟਨਾਂ ਵੀ ਯੂਜ਼ ਕੀਤੀਆਂ ਜਾਂਦੀਆਂ ਸੀ, ਦੀਵੇ ਵੀ ਯੂਜ਼ ਕੀਤੇ ਜਾਂਦੇ ਸੀਗੇ, ਪਹਿਲੀ ਗੱਲ। ਦੂਜੀ ਗੱਲ, ਕਾਰਾਂ ਪੁਰਾਣੀ ਫੀਐਟ ਅੰਬੈਸਡਰ ਦਿਖਾਈਆਂ ਨੇ, ਹਮੇਸ਼ਾ ਤੋਂ ਹੀ ਚੱਲਦੀਆਂ ਆ ਰਹੀਆਂ ਨੇ ਬਹੁਤ ਸਮੇਂ ਤੋਂ। ਸਕੂਟਰ ਐਮੀ ਦੇ ਕੋਲ ਨਵਰੇਟਾ ਸਕੂਟਰ ਆ, ਹੈ ਨਾ। ਟਰੈਕਟਰ ਹਿੰਦੁਸਤਾਨ 50 ਹੈ। ਸੋ ਮੈਂ ਇਹਨਾਂ ਚੀਜ਼ਾਂ 'ਤੇ ਪੂਰਾ ਧਿਆਨ ਦਿੱਤਾ। ਤੁਸੀਂ ਮੈਨੂੰ ਦੱਸੋ ਕਿੱਥੇ ਮੈਂ ਉਹਦੇ ਕਲੈਰੀਫਿਕੇਸ਼ਨ ਦਊਂਗਾ ਜੀ। ਹਾਂ, ਕਿਉਂਕਿ ਕਈ ਚੀਜ਼ਾਂ ਤੋਂ ਇੱਦਾਂ ਲੱਗ ਰਿਹਾ ਸੀ, ਦੇਖਣ ਹੋ ਸਕਦਾ ਜਿਵੇਂ ਆਪਾਂ ਗੱਲ ਕਰਨ ਲਈ ਬੈਠੇ ਹਾਂ, ਅੱਜ ਮੈਨੂੰ ਲੱਗਿਆ ਕਿ ਜੇ ਅਸੀਂ ਗ੍ਰਾਮੋਫੋਨ ਦਿਖਾ ਰਹੇ ਹਾਂ, ਜੇ ਅਸੀਂ ਬਹੁਤ ਜ਼ਿਆਦਾ ਪਿੱਛੇ ਦਾ ਸਮਾਂ ਦਿਖਾ ਰਹੇ ਹਾਂ ਵੀ ਇੱਥੇ ਰੇਲ ਚੜ੍ਹ ਕੇ ਜਾਣਾ ਪਿਆ ਕਰੂਗਾ, ਵੀ ਜਾਂ ਵਿਆਹ ਲਈ ਕੁੜੀਆਂ ਦੀ ਮਰਜ਼ੀ ਨਹੀਂ ਪੁੱਛੀ ਜਾਂਦੀ, ਉਹ ਤਾਂ ਚਲੋ 80s ਤੱਕ ਵੀ ਚੱਲਦਾ ਰਿਹਾ ਵਾ। ਹਾਂ, ਬਹੁਤ ਅੱਜ ਵੀ ਚੱਲਦਾ। ਤੋ ਕੁੜੀਆਂ ਛੱਡੋ, ਮੁੰਡਿਆਂ 'ਤੇ ਚੱਲਦਾ, ਇਹ ਤਾਂ ਅੱਜ ਵੀ ਚੱਲਦਾ। ਤੇ ਦੂਸਰੀ ਮੈਨੂੰ ਸਭ ਤੋਂ ਵੱਡੀ ਗੱਲ ਇਹ ਲੱਗੀ ਕਿ ਜਿੱਥੇ ਮਾਂ ਨੂੰ ਇਹ ਲੱਗਦਾ ਹੈ ਕਿ ਤੇਰਾ ਸਿਰ 'ਤੇ ਚੁੰਨੀ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ, ਤਾਂ ਉੱਥੇ ਜਦੋਂ ਉਹੀ ਕੁੜੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਤਾਂ ਉਦੋਂ ਆਪਣੇ ਗਲ 'ਚ ਚੁੰਨੀ ਰੱਖਦੀ ਆ। ਇਹਨਾਂ ਚੀਜ਼ਾਂ ਦਾ ਮੈਨੂੰ ਲੱਗਿਆ ਸੀਗਾ ਕਿ ਜਾਸੂਨੀ ਵੀ ਉਹਨਾਂ ਨੇ ਕਿਉਂ ਕੀਤਾ ਹੋਊਗਾ। ਇਹ ਵੀ ਕੋਈ ਸਿੰਬੋਲਿਕ ਸੀ, ਜਿਵੇਂ ਹੋਰ ਬਹੁਤ ਸਾਰੀਆਂ
ਤਸ਼ਬੀਹਾਂ ਵਰਤੀਆਂ ਗਈਆਂ ਨੇ, ਕੁਝ ਡਾਇਲੌਗ ਇਦਾਂ ਦੇ ਵਰਤੇ ਗਏ ਨੇ ਜਿਹੜੇ ਤਸ਼ਬੀਹ ਦੇ ਵਾਂਗ ਸੀਗੇ, ਹਾਂਜੀ ਸਿੰਬੋਲਿਕ ਇਹ ਸੀਗੇ। ਸਹੁਰੇ ਦੇ ਅੱਗੇ ਘੁੰਡ ਕਿਉਂ ਨਹੀਂ ਕੱਢਦੀ? ਨਹੀਂ ਕੁੰਡ ਨਹੀਂ, ਐਟਲੀਸਟ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਸਿਰ ਤੇ ਚੁੰਨੀ, ਸਿਰ ਤੇ ਚੁੰਨੀ ਕਿਉਂ ਨਹੀਂ ਹੈਗੀ? ਇਹ ਮੇਰੀ ਗਲਤੀ ਹੈ, ਇਹਦਾ ਮੈਂ ਧਿਆਨ ਰੱਖੂੰਗਾ ਅੱਗੇ ਤੋਂ। ਥੈਂਕ ਯੂ। ਤੁਸੀਂ ਜੇ ਤੁਸੀਂ ਇਹਨੂੰ ਦੇਖ ਕੇ ਐ ਸੋਚਿਆ ਵੀ ਜੱਸ ਐਡੀ ਗਲਤੀ ਕਿਵੇਂ ਕਰ ਗਿਆ, ਤਾਂ ਤੁਸੀਂ ਮੈਨੂੰ ਕਾਫੀ ਵਧੀਆ ਮੰਨਦੇ ਹੋ। ਹਾਂ ਹਾਲਾਂਕਿ ਮੈਂ ਉਨਾ ਵਧੀਆ ਹੈ ਨਹੀਂ, ਮੈਂ ਸੱਚੀ ਗੱਲ ਦੱਸਦਾ, ਤੁਸੀਂ ਮੈਨੂੰ ਜ਼ਿਆਦਾ ਵਧੀਆ ਮੰਨਦੇ ਹੋ। ਤੇ ਪਰ ਜੇ ਮੰਨਦੇ ਹੋ ਤਾਂ ਅਗਲੀ ਵਾਰ ਮੈਂ ਖਰਾ ਉਤਰੂੰਗਾ ਇਹਨਾਂ ਚੀਜ਼ਾਂ ਤੇ ਵੀ। ਇਹ ਗਲਤੀ ਹੋ ਜਾਂਦੀ, ਗਲਤੀਆਂ ਤਾਂ ਮੈਮ ਪਤਾ ਕੀ ਚੱਕਰ ਆ, ਕਈ ਵਾਰ ਨਾ ਇਹਨਾਂ ਨੂੰ ਅਸੀਂ ਟੈਕਨੀਕਲ ਮਿਸਟੇਕਸ ਵੀ ਕਹਿ ਦਿੰਦੇ ਹਾਂ। ਮਤਲਬ ਕਈ ਵਾਰ ਸਾਡੇ ਤੋਂ, ਹੁਣ ਤੁਹਾਨੂੰ ਇੱਕ ਗੱਲ ਦੱਸਦਾ, ਇਸ ਫਿਲਮ ਦੇ ਵਿੱਚ ਕੱਪੜਿਆਂ ਦੀ ਕੰਟੀਨਿਊਟੀ ਦੀ ਜਰਕ ਬਹੁਤ ਜਗ੍ਹਾ ਤੇ ਸੀਗੀ, ਠੀਕ ਹੈ ਜੀ। ਉੱਥੇ ਵੀ ਰਲੇਵਾਂ ਸੀਗਾ, ਜਿਵੇਂ ਬਹੁਤ ਸਾਰੇ ਕਾਸਟਿਊਮ ਜਿਹੜੇ ਜਦੋਂ ਤਾਨੀਆ ਦਾ ਵਿਆਹ ਹੁੰਦਾ ਆ, ਰੂਪ ਦਾ ਜਦੋਂ ਵਿਆਹ ਹੁੰਦਾ, ਤਾਂ ਉੱਥੇ ਉਹਦੀ ਜਿਹੜੀ ਮਦਰ ਦੇ ਕਾਸਟਿਊਮ ਨੇ ਉਹ ਬਿਲਕੁਲ ਅੱਜ ਦੇ ਸਮੇਂ ਦੇ ਨੇਗੇ, ਕੁਛ ਕੁ ਕਾਸਟਿਊਮ ਬਹੁਤ ਪੁਰਾਣੇ ਨੇਗੇ। ਤਾਂ ਜਿਵੇਂ ਹੁਣ ਆਪਾਂ ਮੰਜਿਆਂ 'ਤੇ ਵਿਛਾਈਆਂ ਹੋਈਆਂ ਚਾਦਰਾਂ ਵੀ ਦੇਖਦੇ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਦੇਖੀਆਂ ਨੇ, ਅੱਜ ਵੀ ਆਪਣੇ ਘਰਾਂ 'ਚ ਪਈਆਂ ਨੇਗੀਆਂ, ਤਾਂ ਵਿਛੀਆਂ ਹੋਈਆਂ ਵੀ ਅਸੀਂ ਦੇਖੀਆਂ, ਖੱਦਰ ਕੇਸਮੈਂਟ ਦੀਆਂ ਚਾਦਰਾਂ ਕੱਢੀਆਂ ਹੋਈਆਂ ਹੱਥ ਦੇ ਨਾਲ। ਤੇ ਆਪਣੀ ਫਿਲਮ 'ਚ ਆਪਾਂ ਦੇਖ ਰਹੇ ਹਾਂ ਕਿ ਚੈੱਕ ਦੀਆਂ ਚਾਦਰਾਂ ਵਿਛੀਆਂ ਹੋਈਆਂ ਨੇ ਮੰਜਿਆਂ 'ਤੇ, ਉਹ ਤਾਂ ਬਹੁਤ ਹੀ ਮੈਂ ਰੀਸੈਂਟ। ਬਹੁਤ ਸੋਹਣੀ ਗੱਲ ਤੁਸੀਂ ਪੁੱਛੀ, ਪਰ ਮੈਂ ਇੱਥੇ ਪਹਿਲਾਂ ਮੇਰੇ ਹੁਣ ਦੋ ਸਵਾਲ ਨੇ। ਹਾਂਜੀ, ਮੈਂ ਤੁਹਾਡੀ ਗੱਲ ਬਹੁਤ ਹੀ ਸੋਹਣੀ ਹੈ। ਮੈਂ ਹੁਣ ਇੱਕ ਤਾਂ ਕੁਐਸਚਨ ਆ, ਇੱਕ ਚੀਜ਼ ਮੈਂ ਤੁਹਾਨੂੰ ਇਮੈਜਿਨ ਕਰਵਾਉਂਗਾ। ਇਹਦਾ ਮਤਲਬ ਜਿਸ ਪਰਫੈਕਸ਼ਨ ਦੀ ਹੁਣ ਆਪਾਂ ਗੱਲ ਕਰ ਰਹੇ ਹਾਂ, ਇਸ ਪਰਫੈਕਸ਼ਨ ਦੇ ਵਿੱਚ ਬਾਲੀਵੁੱਡ ਦੀਆਂ ਜਾਂ ਪੰਜਾਬੀ ਇੰਡਸਟਰੀ ਦੀਆਂ ਹੀ, ਉਹ ਤੁਸੀਂ ਕਿਹੜੀ ਮੂਵੀ ਹੈ ਜੀ ਤੁਸੀਂ ਕਹੋਗੇ ਵੀ ਹਾਂ ਇਸ ਪਰਫੈਕਸ਼ਨ ਤੇ ਹੈਗੀ ਹੈ? ਮਤਲਬ ਸ਼ਾਇਦ ਮੁਗਲ ਆਜ਼ਮ ਜਾਂ ਉਹ ਹੋਣਗੀਆਂ, ਪਾਕੀਜ਼ਾ ਹੋਣਗੀਆਂ ਲੇਟਲੀ ਇਸ ਪਰਫੈਕਸ਼ਨ ਤੇ ਵੀ, ਜਿਨ੍ਹਾਂ ਨੇ ਚਾਦਰਾਂ ਵੀ ਉਸ ਜ਼ਮਾਨੇ ਦੀਆਂ ਰੱਖੀਆਂ ਹੋਣ। ਦੇਖੋ ਇੱਕ ਤਾਂ ਹੁੰਦਾ ਨਾ ਵੀ ਤੁਸੀਂ ਯਾਰ ਪ੍ਰਿਥਵੀਰਾਜ ਚੌਹਾਨ ਦਾ ਜ਼ਮਾਨਾ ਦਿਖਾਤਾ, ਉਹਨਾਂ ਤੁਹਾਨੂੰ ਪਤਾ ਨਾ ਮੈਨੂੰ ਪਤਾ ਵੀ ਉਦੋਂ ਚਾਦਰਾਂ ਗਏ ਜੀ, ਰੈਫਰੈਂਸ ਹੀ ਨਹੀਂ ਹੈ ਸਾਡੇ ਕੋਲ। ਹੁਣ ਇੱਥੇ ਰੈਫਰੈਂਸ ਆ, ਹਾਂ ਇੱਥੇ ਰੈਫਰੈਂਸ ਆ ਤਾਂ ਪੰਗੇ ਨੇ। ਹਰ ਬੰਦਾ ਆ ਕੇ ਪੁੱਛ ਸਕਦਾ ਵੀ ਬਈ ਆਹ ਤੁਸੀਂ ਕਿਵੇਂ ਕਰਦੇ, ਸਾਡੇ ਕੋਲ ਫੋਟੋਆਂ ਪਈਆਂ ਨੇ, ਹਨਾ, ਸਾਨੂੰ ਯਾਦ ਆ। ਉਹ ਹੁਣ ਜਿਹੜਾ ਬਾਲੀਵੁੱਡ ਆ, ਉਹ ਜਾਂ ਤਾਂ ਪ੍ਰਿਥਵੀਰਾਜ ਚੌਹਾਨ ਬਣਾਉਂਦਾ ਜਾਂ ਅੱਜ ਬਣਾਉਂਦਾ। ਅਬ 30 ਸਾਲ ਪਿੱਛੇ ਜਾਣਾ ਆਪਾਂ ਪੰਜਾਬੀਆਂ ਨੇ ਸ਼ੁਰੂ ਕੀਤਾ, ਹਨਾ। ਮੈਨੂੰ ਯਾਦ ਆ ਅੰਬਰ ਬਾਈ ਲੈ ਕੇ ਗਿਆ ਸੀ ਪਹਿਲਾਂ 60 ਸਾਲ ਪਿੱਛੇ, ਫਿਰ ਬੰਬੂ ਘਾਟ 'ਚ ਮੈਂ 60 ਤੋਂ ਘਟਾ ਕੇ 40 ਕਰ ਲਿਆ, ਫਿਰ ਰੱਬ ਦਾ ਰੇਡੀਓ 'ਚ 20 ਕਰ ਲਿਆ। ਹੁਣ ਉੱਥੇ ਜੇ 20-30 ਇੱਥੇ ਕਿ ਜਾਣਾ, 70-80 'ਚ ਖੇਡ ਰਹੇ ਹਾਂ ਅਸੀਂ ਹੁਣ। ਹਾਂ ਹੁਣ ਉਹ ਲੋਕਾਂ ਨੇ ਦੇਖਿਆ ਹੋਇਆ, ਅਗਲਾ ਕਹਿੰਦਾ ਯਾਰ ਇਹ ਕਿਵੇਂ। ਸੋ ਓਨੀ ਪਰਫੈਕਸ਼ਨ ਮੈਂ ਅੱਗੇ ਤੋਂ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ। ਪਰ ਹੁਣ ਤੁਸੀਂ ਇਮੈਜਿਨ ਕਰੋ ਮੈਮ, ਤੁਸੀਂ ਡਾਇਰੈਕਟਰ ਹੋ, ਤੁਸੀਂ ਡਾਇਰੈਕਟਰ ਹੋ, ਇੱਕ ਲੜਕੀ ਆ ਜਿਹੜੀ ਤੁਹਾਡਾ ਕਾਸਟਿਊਮ ਡਿਪਾਰਟਮੈਂਟ ਹੈਂਡਲ ਕਰ ਰਹੀ ਆ, ਉਹ ਖੁਦ ਨਾ ਪਿੰਡ ਦੀ ਆ ਨਾ ਪੰਜਾਬ ਦੀ ਆ, ਬਿਲਕੁਲ ਤੁਹਾਡੇ ਕੋਲ ਆਪਸ਼ਨ ਵੀ ਕੋਈ ਹੋਰ ਹੈ ਨਹੀਂ, ਤੁਸੀਂ ਲੈਣਾ ਵੀ ਉਹਨੂੰ ਹੀ ਆ। ਤੁਹਾਨੂੰ ਪ੍ਰੋਡਿਊਸਰ ਕਹਿ ਰਿਹਾ ਕਿ ਸਰ ਮੇਰੇ ਕੋ ਮੇਰੇ ਬਜਟ में भी यही ਆ ਰਹੀ ਹੈ, ਠੀਕ, ਤੁਸੀਂ ਲੈਣਾ ਵੀ ਉਹਨੂੰ ਆ। ਅੱਛਾ, ਕੁੜੀਆਂ ਦੇ ਕੱਪੜਿਆਂ ਦੀ ਮੈਨੂੰ ਨੌਲੇਜ ਬਿਲਕੁਲ ਵੀ ਨਹੀਂ, ਮੈਨੂੰ ਬਿਲਕੁਲ ਵੀ ਨੌਲੇਜ ਨਹੀਂ। ਜੇ ਤੁਸੀਂ ਮੇਰੇ ਤੋਂ ਹੁਣ ਮੈਂ ਉੱਪਰ ਜਾਵਾਂ ਤੇ ਮੈਨੂੰ ਪੁੱਛੇ ਵੀ ਬੀਬਾ ਜੀ ਆਏ ਸੀ, ਉਹਨਾਂ ਨੇ ਕਿਹੜੇ ਕੱਪੜੇ ਪਾਏ ਸੀ, ਮੈਨੂੰ ਨਹੀਂ ਪਤਾ ਨਹੀਂ ਲੱਗਦਾ ਮੈਨੂੰ, ਠੀਕ ਹੈ ਜੀ। ਮੈਨੂੰ ਜਮਾਂ ਹੀ ਨੌਲੇਜ ਨਹੀਂ ਹੈਗੀ ਕੁੜੀਆਂ ਦੇ ਕੱਪੜਿਆਂ ਦੀ, ਨਾ ਉਵੇਂ ਜਿਵੇਂ ਮੈਨੂੰ ਚਾਦਰਾਂ ਟੇਬਲ ਕਲੌਥ ਇਹਨਾਂ ਦੀ ਵੀ ਨੌਲੇਜ ਨਹੀਂ ਹੈਗੀ, ਬਿਲਕੁਲ ਵੀ ਨਹੀਂ ਹੈਗੀ, ਰਾਈਟ। ਉਹਦੇ ਇਹਨਾਂ ਚੀਜ਼ਾਂ ਲਈ ਮੈਂ ਡਿਪੈਂਡ ਹੋ ਜਾਣਾ ਦੂਜੇ ਬੰਦੇ ਤੇ, ਦੂਜੀਆਂ ਬੀਬੀਆਂ 'ਤੇ। ਹੁਣ ਉਹ ਬੀਬੀਆਂ ਨਾ ਆਪਣੇ ਪਿੰਡਾਂ ਦੀਆਂ ਨੇ ਹੈਗੀਆਂ, ਉਹ ਯੰਗ ਕੁੜੀਆਂ ਨੇ, ਸ਼ਹਿਰਾਂ ਦੀਆਂ ਨੇ, ਕਈ ਤਾਂ ਉਹਨਾਂ 'ਚੋਂ ਜ਼ਿਆਦਾ ਹਿੰਦੀ ਹੀ ਬੋਲਦੀਆਂ ਨੇ। ਸੋ ਅਗਰ ਉਹ ਕਹਿੰਦੇ ਨੇ, ਅਗਰ ਉਹਨੇ ਆ ਕੇ ਕਹਿ ਤਾ, ਮੈਂ ਕਹੂੰਗਾ ਯਾਰ ਇਹ ਡਰੈਸ ਸਹੀ ਹੈ, ਉਹ ਕਹਿੰਦੇ ਹਾਂ ਸਰ ਆਮ ਕੌਨਫੀਡੈਂਟ ਸਹੀ ਹੈ। ਮੈਂ ਕਿਹਾ ਅੱਛਾ ਫਿਰ ਸਹੀ ਹੋਗੀ, ਕਿਉਂਕਿ ਮੈਨੂੰ ਪਤਾ ਨਹੀਂ। ਹਾਂ ਫਿਰ ਇਹ ਫਿਰ ਅੱਛਾ, ਜਿਹੜੀ ਡਿਟੇਲਿੰਗ ਦੀ ਤੁਸੀਂ ਗੱਲ ਕਰ ਰਹੇ ਜੀ, ਉਹ ਮੈਂ ਉਸ ਡਿਟੇਲਿੰਗ 'ਚ ਜਾਵਾਂ ਤਾਂ ਫਿਰ ਉਹ 1 ਸਾਲ ਸਿਰਫ ਡਿਟੇਲਿੰਗ ਹੀ ਹੁੰਦੀ ਰਹੂਗੀ। ਮੈਮ ਸਾਡੇ ਪੰਜਾਬੀ ਦੇ ਉਹਨੇ ਬਜਟ ਨਹੀਂ ਅਲਾਉ ਕਰਦੇ। ਪ੍ਰੋਡਿਊਸਰ ਮੈਨੂੰ ਇਹ ਗੱਲ ਕਹਿੰਦਾ ਵੀ ਜਸ ਬਾਈ 33 ਦਿਨ 'ਚ ਖਤਮ ਕਰੋਗੇ ਕਿ 35 ਦਿਨ 'ਚ ਖਤਮ ਕਰੋਗੇ। ਇੱਕ ਕੰਟੀਨਿਊਟੀ ਦੀ ਜਰਕ ਹੋ ਗਈ। ਮੈਨੂੰ ਐਸੋਸੀਏਟ ਡਾਇਰੈਕਟਰ ਨੇ ਆ ਕੇ ਕਿਹਾ ਜਸ ਬਾਈ ਉਹ ਪਿਛਲੇ ਸੀਨ 'ਚ ਵੀ ਉਹੀ ਕੱਪੜੇ ਸੀ, ਉਹ ਸੀਨ 'ਚ ਵੀ ਉਹੀ ਕੱਪੜੇ ਸੀ। ਮੈਂ ਕਿਹਾ ਯਾਰ ਇਹ ਕੀ ਗੱਲ ਹੈ, ਕਿਹਦੀ ਗਲਤੀ ਹੈ? ਕਹਿੰਦਾ ਬਾਈ ਆਹ ਕੁੜੀ ਦੀ ਜਿਹੜੀ ਸਾਡੀ ਅਸਿਸਟੈਂਟ ਸੀਗੀ ਉਹ ਉਹਦੀ ਗਲਤੀ ਹੈ ਜਿਹੜੀ ਕੰਟੀਨਿਊ ਚੈੱਕ ਕਰ। ਹੁਣ ਮੈਂ ਉਹਦੀ ਸ਼ਕਲ ਦੇਖੀ, ਮੈਂ ਕਿਹਾ ਯਾਰ ਇਹਨੂੰ ਕੀ ਕਹਿਣਾ। ਮੈਂ ਕਿਹਾ ਚੱਲ ਵੀ ਕੋਈ ਗੱਲ ਨਹੀਂ। ਦੇਖੋ ਮੈਂ ਫਿਲਮ ਉਹ ਫਿਲਮ ਤੁਹਾਡੀ ਵੱਜਣੀ ਆ ਮੈਮ, ਕਰਮ ਵੀ ਤਾਂ ਮੇਰੇ ਹੀ ਨੇ, ਰੱਬ ਨੂੰ ਹਿਸਾਬ ਵੀ ਤਾਂ ਮੈਂ ਹੀ ਦੇਣਾ। ਜੇ ਮੈਂ ਉਹ ਵਿਚਾਰੀ ਦਾ ਦਿਲ ਤੋੜੂਗਾ ਤਾਂ ਫਿਲਮ ਹਿੱਟ ਜਾਂ ਫਲॉप ਤਾਂ ਰੱਬ ਨਹੀਂ ਕਰਨੀ ਹੈ ਨਾ। ਫਿਲਮ ਇਨਸਾਨੀਅਤ ਤੋਂ ਵੱਡੀ ਨਹੀਂ ਹੋ ਸਕਦੀ ਕਦੇ ਵੀ।
ਸੋ ਮੈਂ ਕਦੇ ਡਾਂਟਦਾ ਨਹੀਂ ਹੈਗਾ, ਮੈਂ ਉਹਨੂੰ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ, ਰੱਬ ਭਲੀ ਕਰੂਗਾ। ਰੱਬ ਭਲੀ ਕਰਦਾ ਵੀ ਹੈ ਨਾ। ਇਹ 'ਚ ਵੀ ਭਲੀ ਹੈ ਕਿ ਤੁਸੀਂ ਮੈਨੂੰ ਇੰਨੇ ਸੋਹਣੇ ਸਵਾਲ ਪੁੱਛ ਰਹੇ ਹੋ। ਸੋ ਪ੍ਰੋਡਿਊਸਰ ਕਹਿੰਦਾ 33 ਦਿਨ 'ਚ ਕਰਕੇ ਦੇਣੀ ਹੈ। ਸਾਡੇ ਕੋਲ ਇੰਨਾ ਵੀ ਹੈ ਨਹੀਂ ਕਿ ਅਸੀਂ ਗਲਤੀ ਨੂੰ ਸੁਧਾਰਨ ਲਈ ਰੀਸ਼ੂਟ ਕਰ ਲਈਏ। ਮੈਂ ਤੁਹਾਨੂੰ ਕਿਹਾ ਸੀ ਕਿ 99% ਉਵੇਂ ਬਣੀ ਹੈ ਜਿਵੇਂ ਮੈਂ ਚਾਹੁੰਦਾ ਸੀ। 1% ਜਿਹੜੀ ਉਵੇਂ ਨਹੀਂ ਬਣੀ, ਉਹਦੇ 'ਚ ਬਜਟ ਅਤੇ ਡੇਟਸ ਦੀ ਪ੍ਰੋਬਲਮ ਸੀ। ਡੇਟਸ ਐਂਡ ਬਜਟ, ਇਹਦੀ ਪ੍ਰੋਬਲਮ ਕਰਕੇ ਉਵੇਂ ਨਹੀਂ ਬਣੀ। 99% ਉਵੇਂ ਬਣੀ। ਮੇਰਾ ਇੱਕ ਸੁਭਾਅ ਹੈ, ਮੈਂ ਕਲੇਸ਼ ਨਹੀਂ ਕਰਦਾ, ਕਿਸੇ ਨਾਲ ਲੜਦਾ ਨਹੀਂ। ਜੇ ਮੈਂ ਕਰਾਂ ਵੀ ਨਹੀਂ ਬਾਈ ਐਂ ਕਰੋ, ਮੈਂ ਕਹਿੰਦਾ ਚੱਲ ਬਾਈ ਕੋਈ ਨਹੀਂ, ਰੱਬ ਭਲੀ ਕਰੂਗਾ, ਐਂ ਕਰ ਲੈਂਦੇ ਹਾਂ। ਉਹਦੇ ਇਵਜ਼ ਰੱਬ, ਮੈਂ ਸ਼ਾਂਤ ਰਹਿਣਾ ਤਾਂ ਰੱਬ ਮੈਨੂੰ ਸੋਹਣੇ ਆਈਡੀਆਜ਼ ਦੇ ਦਿੰਦਾ। ਉਹ ਤਾਂ ਹਾਂ, ਪਰ ਇਹ ਵੀ ਹੈ ਵੀ ਜਿਵੇਂ ਹੁਣ ਸਾਡੇ ਲਈ ਬਹੁਤ ਚੰਗੀ ਗੱਲ ਹੈ ਕਿ ਸਾਡੀਆਂ ਫਿਲਮਾਂ ਜਿਹੜੀਆਂ ਉਹ ਰਿਸਰਚ ਦਾ ਟੌਪਿਕ ਵੀ ਬਣਨ ਲੱਗ ਗਈਆਂ ਨੇ। ਸੋ ਮੈਨੂੰ ਹੁੰਦਾ ਹੈ ਕਿ ਜਾਂ ਜਦੋਂ ਅਸੀਂ ਪੰਜਾਬ ਤੋਂ ਬਾਹਰ ਕਿਸੇ ਬੰਦੇ ਨੂੰ ਕੋਈ ਰੈਫਰੈਂਸ ਦੇਣੀ ਆ ਕਿਸੇ ਪੰਜਾਬੀ ਫਿਲਮ ਦੀ, ਹੈ ਨਾ, ਤਾਂ ਉਦੋਂ ਤੁਹਾਡੀਆਂ ਫਿਲਮਾਂ ਉਹਨਾਂ ਫਿਲਮਾਂ 'ਚ ਆਉਂਦੀਆਂ ਨੇ ਜਦੋਂ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਆਹ ਫਿਲਮਾਂ ਦੇਖੋ, ਕਿਉਂਕਿ ਇਹ 'ਚ ਇਮੋਸ਼ਨ, ਰਿਸ਼ਤੇ ਜਾਂ ਸਾਡਾ ਕਲਚਰ ਆ, ਇਹਨੂੰ ਤੁਸੀਂ ਦੇਖ ਸਕਦੇ ਹੋ। ਬਹੁਤ ਸਾਫ਼ ਸੁਥਰੀਆਂ, ਬਹੁਤ ਸੋਹਣੀਆਂ ਫਿਲਮਾਂ ਨੇਗੀਆਂ ਨਾ। ਪਰ ਉੱਥੇ ਫਿਰ ਜਿਵੇਂ ਜਦੋਂ ਆਪਾਂ ਛੋਟੀਆਂ ਚੀਜ਼ਾਂ ਦੇਖਦੇ ਹਾਂ ਤਾਂ ਉੱਥੇ ਲੱਗਦਾ ਹੁੰਦਾ ਕਿ ਨਹੀਂ, ਇਹ ਕੱਚ ਰਹਿਣਾ ਨਹੀਂ ਸੀ ਚਾਹੀਦਾ। ਜਿਵੇਂ ਇੱਕ ਹੋਰ ਸੀਨ ਸੀਗਾ ਵੀ ਜਦੋਂ ਰੂਪ ਨੂੰ ਉਹਦੇ ਸਹੁਰੇ ਪਿੰਡ 'ਚ ਘਰ 'ਚ ਕੁੜੀਆਂ ਉਹਦੀ ਨਣਦ ਦੀਆਂ ਸਹੇਲੀਆਂ ਦੇਖਣ ਆਉਂਦੀਆਂ ਨੇ, ਤੇ ਉਹ ਕਹਿੰਦੇ ਅਸੀਂ ਭਾਬੀ ਤੇਰੇ ਤਾਂ ਅਸੀਂ ਗਾਣਾ ਸੁਣਨ ਆਈਆਂ ਆ, ਤੇ ਉਹ ਅੰਦਰ ਵੜਦੀਆਂ ਨੇ ਤੇ ਉਹ ਵੜ ਕੇ ਦਰਵਾਜ਼ਾ ਲਾ ਲੈਂਦੀਆਂ ਨੇਗੀਆਂ। ਤੇ ਫਿਰ ਜਿਹੜੇ ਇਨਡੋਰ ਫਰੇਮਸ ਲੱਗੇ ਹੋਏ ਨੇ ਉਹਨਾਂ 'ਚ ਬੂਹਾ ਖੁੱਲ੍ਹਾ। ਮੈਨੂੰ ਲੱਗਦਾ ਕਿ ਇਹ ਤਾਂ ਬਹੁਤ ਛੋਟੀ ਜਿਹੀ, ਉਹ ਦਰਵਾਜ਼ਾ ਜਿਹੜਾ ਲਾਉਂਦੀਆਂ ਨੇ ਉਹ ਹੋਰ ਦਰਵਾਜ਼ਾ। ਅੱਛਾ, ਇਹ ਦੂਜਾ। ਤੁਸੀਂ ਇੱਕ ਗੱਲ ਦੇਖੋ, ਜਿੱਥੋਂ ਐਮੀ ਐਂਟਰ ਕਰਦਾ ਉਹ ਅੱਗੇ ਵੀ ਇਨਡੋਰ ਹੀ ਹੈ। ਹਾਂ, ਉਹ ਦਰਵਾਜ਼ਾ ਹੋਰ ਆ, ਇਹ ਦਰਵਾਜ਼ਾ ਹੋਰ ਆ। ਉਹਦੇ 'ਚ ਇੱਕ ਬਹੁਤ ਸੋਹਣੀ ਚੀਜ਼ ਆ ਜਿਹਦਾ ਹਾਲੇ ਤੱਕ ਕਿਸੇ ਨੇ ਜ਼ਿਕਰ ਨਹੀਂ ਕੀਤਾ, ਉਹ ਮੈਂ ਪਾਈ ਸੀ। ਜਦੋਂ ਐਮੀ ਆਉਂਦਾ ਉਹ ਦੇਖਦਾ ਵੀ ਪਿੰਡ ਦੀਆਂ ਕੁੜੀਆਂ ਬੈਠੀਆਂ ਨੇ, ਉਹ ਨੀਵੀਂ ਪਾ ਲੈਂਦਾ। ਉਹ ਫਿਰ ਉਹ ਸਾਰੀਆਂ ਜਦੋਂ ਲੰਘਦੀਆਂ ਨੇ ਫਿਰ ਉਹ ਆਪਦੀ ਨਿਗਾਹ ਉੱਤੇ ਚੱਕਦਾ। ਉਹ ਮਤਲਬ ਸੋਹਣੀ ਚੀਜ਼ ਸੀ ਉਹ। ਨਹੀਂ, ਉਹ ਚੀਜ਼ ਬਹੁਤ ਪਿਆਰੀ ਸੀਗੀ। ਤੇ ਜਦੋਂ ਕੁੜੀਆਂ ਵੀ ਉੱਠ ਕੇ ਜਾਂਦੀਆਂ ਨੇ ਵੀ ਵੀਰਾ ਆ ਗਿਆ, ਮੈਨੂੰ ਯਾਦ ਆ ਸਾਡੇ ਗੁਆਂਢ 'ਚ ਸਾਡੀਆਂ ਭੂਆ ਹੁੰਦੀਆਂ ਸੀਗੀਆਂ, ਮੇਰੇ ਫਾਦਰ ਜੌਬ ਕਰਦੇ ਹੁੰਦੇ ਸੀਗੇ, ਤੇ ਉਹਨਾਂ ਨੇ ਜਿਵੇਂ ਸ਼ਾਮ ਟਾਈਮ ਕੁੜੀਆਂ ਨੂੰ ਹੁੰਦਾ ਵੀ ਉੱਦਾਂ ਹੀ ਬਸ ਦਰਾਂ 'ਚ ਖੜ ਕੇ ਮਤਲਬ ਨਿਕਲ ਕੇ ਖੜ ਗਈਆਂ ਉਹ। ਤੇ ਅਸੀਂ ਸੁਣਦੇ ਹੁੰਦੇ ਸੀਗੇ, ਮੇਰੇ ਪਾਪਾ 5:30 ਵਾਪਸ ਆਉਂਦੇ ਹੁੰਦੇ ਸੀਗੇ ਜੌਬ ਤੋਂ, ਤੇ ਉਹਨਾਂ ਨੇ ਕਹਿਣਾ ਇਹ ਵੀਰੇ ਦੇ ਆਉਣ ਦਾ ਟਾਈਮ ਹੋ ਗਿਆ, ਅੰਦਰ ਚੱਲੋ। ਸੋ ਉਦੋਂ ਬੰਦਾ ਆਸ ਗੁਆਂਢ ਦਾ ਜਾਂ ਪਿੰਡ ਦੇ ਕਿਸੇ ਵੀ ਆਪਦੇ ਵੀਰ ਭਾਈ ਦੀ ਬਹੁਤ ਸ਼ਰਮ ਆਉਂਦੀਆਂ ਹੁੰਦੀਆਂ ਸੀ। ਸੋ ਉਹ ਸੀਨ ਦੇਖ ਕੇ ਮੈਨੂੰ ਯਾਦ ਆ ਗਿਆ ਕਿ ਇਹ ਵੀ ਰਿਐਲਿਟੀ 'ਚ ਹੁੰਦਾ ਰਿਹਾ ਤੇ ਅੱਜ ਵੀ ਹੁੰਦਾ ਆ ਨਾ। ਹੋਰ ਬਹੁਤ ਸੋਹਣੀਆਂ ਫਿਲਮਾਂ ਚੀਜ਼ਾਂ ਸੀਗੀਆਂ, ਜਿਵੇਂ ਇੱਕ ਉਹ ਫੁੱਲ ਵਾਲਾ ਡਾਇਲੌਗ ਸੀਗਾ ਕਿ ਫੁੱਲ ਤਾਂ ਉਹੀ ਨੇ, ਹੈ ਨਾ ਭੈਣੇ, ਵੀ ਇੱਥੇ ਖਿੜੇ ਨੇ ਉੱਥੇ ਨਹੀਂ ਖਿੜੇ ਹੈਗੇ। ਤੇ ਉਹ ਮਤਲਬ ਕਿੱਡੀ ਸੋਹਣੀ ਚੀਜ਼ ਸੀ। ਉਦੋਂ ਉਹਦੇ ਵਿਆਹ ਦੀ ਗੱਲ ਚੱਲ ਰਹੀ ਆ, ਉਹ ਵਿਆਹ ਤੋਂ ਖੁਸ਼ ਨਹੀਂ ਆ ਨਾ। ਸੋ ਇਦਾਂ ਦੀਆਂ ਹੋਰ ਜਿਹੜੀਆਂ ਖਾਸ ਤੌਰ 'ਤੇ ਚੀਜ਼ਾਂ ਨੇ। ਅੱਜ ਮੈਂ ਫੁੱਲ ਵਾਲੀ ਚੀਜ਼ ਸੀ, ਇਹ ਮੈਂ ਸ਼ੁਰੂ ਤੋਂ ਦੱਸ ਕੇ ਚੱਲਿਆ ਵੀ ਮਿਊਜ਼ਿਕ ਹੈਜ਼ ਅ ਹੀਲਿੰਗ ਪਾਵਰ। ਉਹ ਫੁੱਲਾਂ 'ਤੇ ਵੀ ਅਸਰ ਕਰਦੀ ਆ, ਉਹ ਬੱਚਿਆਂ 'ਤੇ ਵੀ, ਇਨਸਾਨਾਂ 'ਤੇ ਵੀ ਅਸਰ ਕਰਦਾ ਸੰਗੀਤ। ਸੋ ਉਹ ਤਾਂ ਕਰਕੇ ਫੁੱਲ ਵਾਲਾ। ਐਂਡ ਜਿਹੜਾ ਪਾਲੀ ਦਾ ਕਰੈਕਟਰ ਸੀ, ਉਹ ਛੋਟੀ ਬੱਚੀ ਦਾ ਕਰੈਕਟਰ ਸੀ ਜਿਹੜੀ ਬਿਲਕੁਲ ਹੈਂਡੀਕੈਪਡ ਹੁੰਦੀ ਆ, ਤੁਰਦੀ ਨਹੀਂ ਹੈਗੀ। ਉਹ ਸਿਰਫ ਇਸੇ ਕਰਕੇ ਰੱਖਿਆ ਗਿਆ ਸੀ ਕਿ ਤੁਸੀਂ ਉਹਦਾ ਪ੍ਰੀ ਕਲਾਈਮੈਕਸ ਸੀਨ ਸ਼ੂਟ ਕਰ ਸਕੋ, ਜਾਂ ਉਹਦਾ ਇੱਕ ਹੋਰ ਵੀ ਰੀਜ਼ਨ ਸੀ। ਇੱਕ ਮੈਨੂੰ ਉਹ ਡਾਇਲੌਗ ਬਹੁਤ ਜ਼ਿਆਦਾ ਦਿਲ ਨੂੰ ਲੱਗਿਆ, ਜਿਹੜਾ ਕਹਿੰਦੇ ਆ ਵੀ ਮੀਂਹ ਪੈ ਰਿਹਾ ਸੀਗਾ, ਵੀ ਤੈਨੂੰ ਇਹ ਨਹੀਂ ਸੀ ਦੀਂਦੀ, ਇਹਨੂੰ ਨਹੀਂ ਸੀ ਚੱਕਣਾ। ਉਹ ਕਹਿੰਦਾ ਇਹਨੂੰ ਤਾਂ ਭਾਬੀ ਹੁਣ ਰੱਬ ਹੀ ਚੱਕੂਗਾ, ਹੈ ਨਾ। ਸੋ ਬੰਦਾ ਜੇ ਜ਼ੁਬਾਨੋਂ ਬੋਲ ਨਹੀਂ ਸਕਦਾ, ਹਿਲ ਜੁਲ ਨਹੀਂ ਸਕਦਾ, ਆਪਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਹਦੀ ਕੋਈ ਕੀਮਤ ਨਹੀਂ ਰਹੀ ਹੈਗੀ ਹੁਣ, ਹੈ ਨਾ। ਸੋ ਪਾਲੀ ਦਾ ਕਰੈਕਟਰ ਕਿਉਂ ਰੱਖਿਆ ਗਿਆ ਸੀਗਾ ਇਸ ਫਿਲਮ ਦੇ ਵਿੱਚ? ਸਿਰਫ ਪ੍ਰੀ ਕਲਾਈਮੈਕਸ ਸੀਨ ਦੇ ਲਈ? ਕਹਾਣੀ ਦਾ ਇੱਕ ਹਿੱਸਾ ਸੀ। ਕਹਾਣੀ ਇਹ ਸੀ ਕਿ ਇੱਕ ਕੁੜੀ ਜਿਹਨੂੰ ਨਹੀਂ ਗਾਉਣ ਦਿੱਤਾ ਜਾਂਦਾ, ਉਹ ਸਹੁਰੇ ਘਰ ਜਾਂਦੀ ਹੈ, ਉੱਥੇ ਗਵਾਂਢੀਆਂ ਦੀ ਕੁੜੀ ਨੂੰ ਹੀਲ ਕਰਦੀ ਹੈ ਤੇ ਉਹ ਹੋ ਜਾਂਦੀ ਹੈ। ਕਹਾਣੀ ਦਾ ਹਿੱਸਾ ਸੀ। ਹਾਂ, ਸ਼ਾਇਦ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪਾਲੀ ਨੂੰ ਥੋੜ੍ਹਾ ਜਿਹਾ ਹੋਰ ਸ਼ੁਰੂ ਤੋਂ ਲੈ ਕੇ ਆਉਂਦਾ, ਕਿ ਪਾਲੀ ਦੇ ਹੋਰ ਸੀਨਸ ਹੋਣੇ ਚਾਹੀਦੇ। ਜਿਵੇਂ ਸਿਰਫ ਇੱਕ ਉਹ ਇਫੈਕਟ ਦਿਖਾਉਣ ਲਈ ਕਿ ਮਿਊਜ਼ਿਕ ਦਾ ਕਿੰਨਾ ਵੱਡਾ ਇਫੈਕਟ ਹੁੰਦਾ ਕਿਸੇ ਤੇ, ਉਹ ਚੀਜ਼ ਕ੍ਰੀਏਟ ਕਰਨ ਲਈ ਉਹਦਾ ਕਰੈਕਟਰ ਸੀ, ਜਾਂ ਬੀਇੰਗ ਰਾਈਟਰ ਜਾਂ ਬੀਇੰਗ ਡਾਇਰੈਕਟਰ ਤੁਹਾਡਾ ਕੋਈ ਹੋਰ ਵੀ ਮੋਟਿਵ ਸੀਗਾ ਉਸ ਕਰੈਕਟਰ ਨੂੰ ਫਿਲਮ 'ਚ ਲੈ ਕੇ ਆਉਣ ਦਾ? ਨਹੀਂ, ਓਨੈਸਟਲੀ ਇਹੀ ਸੀ। ਜਿਵੇਂ ਉਹ ਫੁੱਲ ਸੀਗੇ ਕਿ ਕਦੇ ਖਿੜਦੇ ਨੇ, ਜੇ ਉਹ ਗਾਣਾ ਨਹੀਂ ਗਾਉਂਦੀਆਂ ਤਾਂ ਖਿੜਦੇ ਨਹੀਂ, ਉਵੇਂ ਹੀ ਪਾਲੀ ਦਾ ਕਿਰਦਾਰ ਉਵੇਂ ਹੀ ਸੀਗਾ ਕਿ ਇਹੀ ਗੱਲ ਦੱਸਣ ਲਈ ਕਿ ਮਿਊਜ਼ਿਕ ਦੇ ਨਾਲ ਜਾਂ ਪਰਮਾਤਮਾ ਦੇ ਨਾਲ ਜਾਂ ਮਿਊਜ਼ਿਕ ਦੇ ਨਾਲ ਜੁੜਿਆ ਹੋਇਆ ਇਨਸਾਨ ਕਿਸੇ ਨੂੰ ਹੀਲ ਕਰ ਸਕਦਾ। ਸਟਾਰਟਿੰਗ ਦੇ ਵਿੱਚ ਉਹ ਆਪ ਹੀਲ ਹੁੰਦੀ ਆ। ਸੋ ਉਹ ਮੈਂ ਇਸੇ ਪਰਪਸ ਲਈ ਬਣਾਇਆ ਗਿਆ ਸੀ।
ਐਂਡ ਇੱਕ ਚੀਜ਼ ਮੈਨੂੰ ਹੋਰ ਵੀ ਬਹੁਤ ਸੋਹਣੀ ਲੱਗੀ, ਜਿਹੜੀ ਕਿ ਤੁਸੀਂ ਬਹੁਤ ਜ਼ਿਆਦਾ ਫੋਰਸਫੁਲੀ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਜਦੋਂ ਕਲਾਈਮੈਕਸ ਹੁੰਦਾ ਜਾਂ ਜਦੋਂ ਫਿਲਮ ਦੀ ਸ਼ੁਰੂਆਤ ਹੁੰਦੀ ਆ, ਵੀ ਜਿਹੜੀ ਰੂਪ ਦੀ ਗਾਇਕੀ ਆ ਉਹਨੂੰ ਪੀੜ੍ਹੀ ਤੋਂ ਅੱਗੇ ਮਿਲਿਆ, ਉਹਦੀ ਮਾਂ ਤੋਂ ਉਹਨੂੰ ਅੱਗੇ ਮਿਲੀ ਸੀਗੀ, ਤੇ ਉਹ ਫਿਰ ਉਹਦੀ ਮਾਂ ਨੂੰ ਮੌਕਾ ਨਹੀਂ ਮਿਲਿਆ ਤਾਂ ਉਹ ਕਲਾਈਮੈਕਸ ਦੇ ਵਿੱਚ ਉਹ ਚੀਜ਼ਾਂ ਵੀ ਦਿਸਦੀਆਂ ਨੇ, ਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਦਿਖਾਈ ਗਈ ਚੀਜ਼ ਆ ਕਿ ਉਹਦੀ ਵੀ ਇੱਕ ਚੀਜ਼ ਸੀ ਕਿ ਮੈਂ ਗਾਉਣਾ ਚਾਹੁੰਦੀ ਸੀ ਤੇ ਮੈਨੂੰ ਮੌਕਾ ਨਹੀਂ ਮਿਲਿਆ ਹੈਗਾ। ਬੇਸਿਕਲੀ ਉਹ ਬੜਾ ਜ਼ਬਰਦਸਤ ਕਿਰਦਾਰ ਸੀ ਉਹਦੀ ਮਦਰ ਦਾ ਨਾ, ਉਹ ਉਸ ਕਿਰਦਾਰ ਦੀ ਕਹਾਣੀ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ ਕਿ ਉਹ ਆਪਦਾ ਦੁੱਖ ਥੋੜ੍ਹਾ ਦੱਸਦੀ ਰਹਿੰਦੀ ਹੈ ਨਾ, ਕਿ ਗਾਉਣਾ ਚਾਹੁੰਦੀ ਸੀ। ਜੋ ਖੁਸ਼ ਵੀ ਹੁੰਦੀ ਹੈ ਜਦ ਮੇਰੀਆਂ ਧੀਆਂ ਦੀ ਇੰਟਰਵਿਊ ਹੋ ਰਹੀ ਹੈ, ਉਹ ਇੱਕ ਸੋਹਣੀ ਚੀਜ਼ ਸੀ ਉਹ। ਬਿਲਕੁਲ, ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਡਿਸਕਸ ਕਰ ਰਹੇ ਸੀਗੇ, ਤੇ ਉਹ 'ਚ ਅਸੀਂ ਡਿਸਕਸ ਕਰ ਰਹੇ ਸੀਗੇ ਕਿ ਪੂਰੀ ਫਿਲਮ ਵਾਓ ਨਹੀਂ ਹੈਗੀ, ਬਹੁਤ ਸਾਰੇ ਫੈਕਟਰ ਨੇ ਜਿਹੜੇ ਬਹੁਤ ਹੀ ਜ਼ਿਆਦਾ ਸੋਹਣੇ ਸੀਗੇ, ਪਰ ਉੱਥੇ ਕਿਸੇ ਨੇ ਇਹ ਗੱਲ ਕਹੀ ਕਿ ਐਟਲੀਸਟ ਕੋਈ ਡਾਇਰੈਕਟਰ ਜਾਂ ਕੋਈ ਰਾਈਟਰ ਤਾਂ ਇਹ ਕੋਸ਼ਿਸ਼ ਕਰ ਰਿਹਾ ਕਿ ਫੀਮੇਲ ਕਰੈਕਟਰਸ ਦੇ ਉੱਪਰ ਫਿਲਮ ਖੜੀ ਕੀਤੀ ਜਾਵੇ, ਤੇ ਤੁਹਾਡੀਆਂ ਤਾਂ ਬਹੁਤ ਸਾਰੀਆਂ ਫਿਲਮਾਂ ਇੱਦਾਂ ਦੀਆਂ ਨੇ ਜਿਹਦੇ ਵਿੱਚ ਫੀਮੇਲ ਕਰੈਕਟਰ ਦੇ ਉੱਪਰ ਫਿਲਮ ਖੜੀ ਹੁੰਦੀ ਹੈ। ਕਈ ਨੇ, ਦਾਣਾ ਪਾਣੀ, ਰੱਬ ਦਾ ਰੇਡੀਓ, ਬੰਬੂ ਘਾਟ, ਨਹੀਂ ਬੰਬੂ ਘਾਟ ਵੀ, ਹਾਂ ਬੰਬੂ ਘਾਟ ਵੀ, ਹਾਂਜੀ। ਸੋ ਹੈਗੇ ਨੇ ਉਹ, ਇਹਦੇ 'ਚ ਕੁਐਸਚਨ ਹੈ ਵੀ ਕਿਉਂ ਨਹੀਂ, ਹਾਂ ਵੀ ਕਿਉਂ ਨਹੀਂ ਗੇ, ਕਿ ਜਿਵੇਂ ਮੈਨੂੰ ਪਿੱਛੇ ਜੇ ਕਿਸੇ ਨੇ ਪੁੱਛਿਆ ਕਿ ਯਾਰ ਤੂੰ ਤਾਂ ਮੁੰਡਾ, ਤੂੰ ਕੁੜੀਆਂ ਬਾਰੇ ਸੋਚ ਕੇ ਕਿਵੇਂ ਲਿਖ ਲੈਂਦਾ, ਮੈਂ ਕਿਹਾ ਉਹਨਾਂ ਦੇ ਮੇਰੇ 'ਚ ਇੱਕ ਗੱਲ ਕਾਮਨ ਹੈ, ਕਹਿੰਦਾ ਕਿ ਮੈਂ ਕਿਹਾ ਉਹ ਵੀ ਇਨਸਾਨ ਨੇ, ਮੈਂ ਵੀ ਇਨਸਾਨ ਹਾਂ, ਸੋ ਮੈਂ ਲਿਖ ਸਕਦਾ। ਮੈਮ ਅਸਲ ਦੇ ਵਿੱਚ ਨਾ ਧਾਰਮਿਕ ਬੁੱਕਸ ਦੇ ਵਿੱਚ ਵੀ ਇਹ ਗੱਲ ਕੀਤੀ ਗਈ ਆ, ਸੂਫੀਆਂ ਨੇ ਵੀ ਕੀਤੀ ਆ, ਕਿ ਜਿਹੜੀ ਸੋਲ ਆ ਉਹ ਫੀਮੇਲ ਆ, ਜਿਹੜਾ ਮਤਲਬ ਸ਼ਾਇਰੀ 'ਚ ਵੀ ਇਹ ਗੱਲ ਆਈ ਹੈ, ਜਿਹੜਾ ਪਰਮਾਤਮਾ ਉਹ ਮੇਲ ਆ ਤੇ ਜਿਹੜੀ ਆਤਮਾ ਉਹ ਫੀਮੇਲ। ਬੇਸਿਕਲੀ ਜਿਹੜੀ ਲੌਂਗਿੰਗ ਆ ਉਹ ਦਾਣਾ ਪਾਣੀ ਵਾਕਈ ਹੀ ਮੇਰੀ ਕਲਮ ਤੋਂ ਆਈ ਸ਼ਾਇਦ ਸਭ ਤੋਂ ਬਿਹਤਰੀਨ ਫਿਲਮ ਸੀ। ਉਹ ਲੌਂਗਿੰਗ ਦੀ ਕਹਾਣੀ ਸੀ, ਇੱਕ ਆਤਮਾ ਦੂਜੀ ਸੋਲ ਨੂੰ ਮਿਲਣਾ ਚਾਹੁੰਦੀ। ਸੋ ਜਿਹੜੀ ਸੋਲ ਦੀ ਲੌਂਗਿੰਗ ਆ ਉਹ ਫੀਮੇਲ ਹੀ ਆ, ਮਤਲਬ ਸ਼ਾਇਦ ਫੀਮੇਲ ਜ਼ਿਆਦਾ ਰੱਬ ਦਾ ਮੁਕੰਮਲ ਜੀਵ ਆ। ਜੇ ਇਹ ਵੀ ਕਹਿ ਸਕਦੇ ਹਾਂ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਤੇ ਕਿਸੇ ਫੀਮੇਲ ਕਰੈਕਟਰ ਦਾ ਬਹੁਤ ਜ਼ਿਆਦਾ ਪ੍ਰਭਾਵ ਆ, ਤੁਹਾਡੇ ਮਦਰ ਵੀ ਹੋ ਸਕਦੇ ਆ, ਦਾਦੀ ਵੀ ਹੋ ਸਕਦੇ ਆ, ਪੜਦਾਦੀ ਵੀ ਹੋ ਸਕਦੇ ਆ। ਮੈਨੂੰ ਲੱਗਦਾ ਹਰ ਇਨਸਾਨ ਦੇ ਮਦਰ ਹੀ ਹੁੰਦੇ ਨੇ, ਜਿਹਦਾ ਸਭ ਤੋਂ ਜ਼ਿਆਦਾ ਪ੍ਰਭਾਵ ਤਾਂ ਕਿਸੇ ਵੀ ਹਿਊਮਨ ਬੀਇੰਗ 'ਤੇ ਉਹਦੇ ਮਦਰ ਦਾ ਹੀ ਹੁੰਦਾ ਜੀ। ਸੋ ਮਦਰ ਦਾ ਹੀ ਹੈ, ਇਹ ਤਾਂ ਹੁੰਦਾ ਹੀ ਹੈ। ਤੁਹਾਡੀ ਪਹਿਲੀ ਫਿਲਮ ਜਿਹੜੀ ਤੁਸੀਂ ਬਤੌਰ ਡਾਇਰੈਕਟਰ ਕੀਤੀ ਸੀਗੀ, ਤੇ ਉਹ ਇੱਕ ਹੌਰਰ ਫਿਲਮ ਸੀਗੀ, ਹਾਂਜੀ, ਤੇ ਉਹ ਹਲੇ ਤੱਕ ਬਾਹਰ ਨਹੀਂ ਆਈ। ਉਹ ਪਤਾ ਨਹੀਂ ਕਿਉਂ ਨਹੀਂ ਆਈ, ਉਹ ਭਗਵੰਤ ਮੁਕੰਮਲ ਹੋ ਚੁੱਕੀ ਹੈ ਫਿਲਮ ਆਪਣੀ ਸਾਂਝੀ ਮੁਕੰਮਲ ਹੋ ਗਈ ਹੈ ਜੀ, ਮਤਲਬ ਉਹਦੀ ਡਬਿੰਗ ਰਹਿੰਦੀ ਹੈ, ਬਾਕੀ ਕੰਮ ਹੋ ਗਿਆ। ਉਹ ਆਈ ਨਹੀਂ, ਪਤਾ ਨਹੀਂ, ਪ੍ਰੋਡਿਊਸਰਸ ਕਹਿੰਦੇ ਹੁਣ ਪਿੱਛੇ ਜੇ ਪੁੱਛਿਆ ਸੀ ਮੈਂ ਕਦੋਂ ਕਰਨੀ ਰਿਲੀਜ਼, ਕਹਿੰਦੇ ਬਾਈ ਕਰਾਂਗੇ, ਕਹਿੰਦੇ ਜਲਦੀ ਕਰਾਂਗੇ। ਮੈਂ ਆਪਦਾ ਕੰਮ ਕਰਕੇ ਫਿਰ ਭੁੱਲ ਜਾਂਦਾ ਹੁੰਦਾ, ਆਪਾਂ ਤਾਂ ਇਹ ਮੈਂ ਆਪਦਾ ਕੰਮ ਕੀਤਾ, ਜਦੋਂ ਆਉਣਾ ਹੋਊਗਾ ਵਧੀਆ ਹੀ ਹੋਊਗਾ ਜੀ, ਅਤੇ ਸੋਹਣਾ ਕੰਮ ਕੀਤਾ ਹੋਇਆ ਜ਼ਾਇਆ ਨਹੀਂ ਜਾਂਦਾ ਜੀ। ਜਿਵੇਂ ਮੈਨੂੰ ਇਹਦੇ ਤੋਂ ਵੀ ਬੜੀ ਇੱਜ਼ਤ ਮਿਲੀ, ਆਪਣਾ ਬਾਜਰੇ ਦਾ ਸਿੱਟਾ ਤੋਂ ਵੀ। ਸੋ ਐਵੇਂ ਹੀ ਉਹ ਵੀ ਫਿਲਮ ਜਦੋਂ ਆਊਗੀ, ਉਹ ਅਲੱਗ ਹੀ ਜੌਨਰ ਆ, ਉਹ ਹੌਰਰ ਆ, ਉਹਦੇ 'ਚ ਕੁੜੀਆਂ ਦਾ ਪਾਰਟ ਹੀ ਹੈ ਨਹੀਂ, ਉਹ 'ਚ 4 ਮੁੰਡਿਆਂ ਦੀ ਉਹ ਕਹਾਣੀ ਹੈ। ਸੋ ਉਹ ਮੇਰਾ ਇੱਕ ਅਲੱਗ ਐਕਸਪੈਰੀਮੈਂਟ ਆ। ਸੋ ਬਾਜਰੇ ਦੇ ਸਿੱਟੇ ਤੋਂ ਬਾਅਦ ਹੋਰ ਕਿਹੜੀਆਂ ਕਹਾਣੀਆਂ ਨੇ ਜਿਹੜੀਆਂ ਤੁਸੀਂ ਕਹੋਗੇ ਸਿਨੇਮਾ ਦੇ ਵਿੱਚ, ਜਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹੁਣ ਦਿਲ ਨੂੰ ਲੱਗੀ ਕਿ ਮੈਂ ਹੁਣ ਇਹ ਸਬਜੈਕਟ 'ਤੇ ਫਿਲਮ ਕਹਿ ਸਕਦਾ? ਇੱਕ ਤਾਂ ਮੈਂ ਬਣਾ ਰਿਹਾ ਜੀ ਕਾਮੇਡੀ ਫਿਲਮ। ਬਹੁਤ ਜ਼ਮਾਨੇ ਤੋਂ ਲੋਕ ਇਹ ਸੋਚਣ ਲੱਗ ਗਏ ਸੀ ਕਿ ਕਿਤੇ ਜਸ ਕਾਮੇਡੀ ਕਰ ਹੀ ਨਹੀਂ ਸਕਦਾ। ਖੈਰ ਮੈਂ ਲੋਕਾਂ ਨੂੰ ਦਿਖਾਉਣ ਲਈ ਨਹੀਂ ਕਰਦਾ, ਪਰ ਮੇਰਾ ਆਪ ਦਾ ਜੀ ਕਰਦਾ ਸੀ ਕਾਮੇਡੀ ਫਿਲਮ ਕਰਨ ਨੂੰ। ਇੱਕ ਮੈਂ ਉਹ ਕਰ ਰਿਹਾ, ਅਤੇ ਇੱਕ ਫਿਲਮ ਆ ਜੀ, ਉਹ ਇੱਕ ਫਿਲਮ ਆ ਜੁੱਤੀ ਕਸੂਰੀ, ਫਿਲਮ ਦਾ ਨਾਮ ਆ। ਉਹ ਰਿਦਮ ਬॉयਜ਼ ਪ੍ਰੋਡਿਊਸ ਕਰ ਰਹੇ ਨੇ ਅੱਜ ਕੱਲ੍ਹ, ਉਹਦੀ ਸਟੋਰੀ 'ਤੇ ਬੈਠੇ ਹੋਏ ਆ ਮੈਂ, ਕਾਰਜ ਭਾਜੀ। ਉਹ ਮੂਵੀ ਵੀ ਜਲਦੀ ਆਊਗੀ। ਉਹ ਵੀ ਕੁਛ ਇੱਦਾਂ ਦੀ ਫਿਲਮ ਹੋਣ ਵਾਲੀ ਆ, ਫੀਮੇਲ ਓਰੀਐਂਟਡ, ਕੁਛ ਇੱਦਾਂ ਦੀ? ਹਾਂਜੀ, ਉਹਦੇ 'ਚ ਮੇਲ ਦਾ ਪਾਰਟ ਵੀ ਤਕੜਾ, ਫੀਮੇਲ ਦਾ ਵੀ ਤਕੜਾ, ਦੋਨੋਂ ਹੀ ਸੋਹਣੇ ਨੇ। ਸੋ ਥੈਂਕ ਯੂ ਸੋ ਮਚ, ਤੁਸੀਂ ਇੰਨੀ ਸਵੇਰੇ ਇੰਨਾ ਟਾਈਮ ਦਿੱਤਾ ਸਾਨੂੰ।
ਐਂਡ ਓਨੈਸਟਲੀ ਆਪਦੀ ਫਿਲਮ ਬਾਰੇ ਤੁਸੀਂ ਗੱਲਾਂ ਬਾਤਾਂ ਕੀਤੀਆਂ। ਸੋ ਬਹੁਤ ਸ਼ੁਕਰੀਆ ਤੁਹਾਡੀ Thank you. ਆਉਣ ਵਾਲੀਆਂ ਫਿਲਮਾਂ ਦੇ ਲਈ ਤੁਹਾਨੂੰ ਬੈਸਟ ਵਿਸ਼ੇਸ ਨੇ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਲੇਖਕ ਡਾਇਰੈਕਟਰ ਜਸ ਗਰੇਵਾਲ। ਇਹਨਾਂ ਦੀ ਫਿਲਮ ਬਾਜਰੇ ਦਾ ਸਿੱਟਾ ਤੁਸੀਂ ਰੀਸੈਂਟਲੀ ਦੇਖੀ, ਉਹ ਫਿਲਮ ਪ੍ਰਾਈਮ ਦੇ ਉੱਪਰ ਆ ਚੁੱਕੀ ਆ। ਜਿਨ੍ਹਾਂ ਨੇ ਥੀਏਟਰ ਦੇ ਵਿੱਚ ਦੇਖਣੀ ਮਿਸ ਕਰਤੀ ਤਾਂ ਤੁਸੀਂ ਪ੍ਰਾਈਮ ਦੇ ਉੱਪਰ ਜਾ ਕੇ ਇਹ ਫਿਲਮ ਦੇਖ ਸਕਦੇ ਹੋ। ਤੇ ਫਿਲਮ ਤੁਹਾਨੂੰ ਕਿਹੋ ਜਿਹੀ ਲੱਗੀ ਤੁਸੀਂ ਉਹਨਾਂ ਨਾਲ ਫੀਡਬੈਕ ਵੀ ਸ਼ੇਅਰ ਕਰ ਸਕਦੇ ਹੋ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।